मेरे अंदर एक शोर सुनाई दिंदा है, मेरे अंदर एक शोर सुनाई दिंदा है, किहड़ा है जो रोज दुहाई दिंदा है। शीशे दे चूरे वांगू हो जाती है जिंदगी जद अपना कोई खास जुदाई दिंदा है। सत श्री अकाल जी, मैं सरबजीत सिंह टक ते हुण जे तुसीं कुछ वधिया देखण जा रहे हो तो देखण जा रहे हो तुहाडा अपना मनपसंदा प्रोग्राम जिसका नाम है वाह जी वाह। पहला एक कहानी है दो भैणां दी, राज ते जिंद। दोनों पढ़ने च बहुत होशियार सी और हमेशा टॉप करदियां सी अपने कॉलेज। फिर वेला आया उन्हां दे विआह दा। जिहड़ी राज सी वो जिंद दी बड़ी भैन सी, सो ਉਹਦਾ एक ਉਹਨੂੰ रिश्ता आया। रिश्ता की सी, वो लव मैरिज सी जी अरेंज मैरिज बदल गई। उन्हां दा विआह हो गया ते क्योंकि वो एक जिहड़ा मुंडा सी वो दूर रहिंदा सीगा अपने घर तो, सो वो अपने हसबैंड दे नाल जाके उत्थे रहण लग पई। एक न्यूक्लियर फैमिली सीगी जिस तरह आपां कह लईए। ते थोड़ी देर बाद फिर रिश्ता आंदा है ਉਹਦੀ छोटी भैन जिंद नूं। ते जिंद नूं ਜਦੋਂ रिश्ता आंदा तो वो रिश्ता आंदा एक संयुक्त परिवार च, ਜਿਹਨੂੰ ਆਪਾਂ जॉइंट फैमिली कह लैंदे आ। ਤੇ ਜਦੋਂ ਉਹਨੇ ਆਪਣੀ ਵੱਡੀ ਭੈਣ ਨਾਲ ਰਾਜ ਨਾਲ ਗੱਲ ਕੀਤੀ ਜਿੰਦ ਨੇ ਕਿ ਮੈਨੂੰ ਇਹਦਾ ਰਿਸ਼ਤਾ ਆ ਰਿਹਾ ਹੈ, ਤੇ ਉਹ ਉਹਨੂੰ ਕਹਿਣ ਲੱਗੀ ਤੂੰ ਕਿਉਂ ਪਾਗਲਪਨ ਕਰ ਰਹੀ ਹੈ, ਤੂੰ ਕਿਉਂ ਨਹੀਂ ਐਦਾਂ ਦਾ ਫੈਮਿਲੀ ਲੱਭ ਜਿੱਥੇ ਕੱਲਾ ਮੁੰਡਾ ਹੋਵੇ, ਕੱਲੇ ਕੋਲ ਰਹਿ ਜਾ ਕੇ ਤੂੰ ਆਰਾਮ ਨਾਲ ਆਪਣੀ ਲਾਈਫ ਨੂੰ ਇੰਜੋਏ ਕਰ। ਪਰ ਕਿਉਂਕਿ ਰਿਸ਼ਤਾ ਇੰਨਾ ਵਧੀਆ ਸੀ, ਉਹ ਹਾਲਾਂਕਿ ਉਹ ਜੁਆਇੰਟ ਪਰਿਵਾਰ ਸੀ ਲੇਕਿਨ ਮੁੰਡਾ ਬਹੁਤ ਹੀ ਸੰਸਕਾਰੀ ਸੀ, ਚੰਗਾ ਕੰਮ ਸੀ ਉਹਨਾਂ ਦਾ, ਆਪਣਾ ਬਿਜ਼ਨਸ ਸੀ, ਉਹਨਾਂ ਦੀ ਆਪਣੀਆਂ ਫੈਕਟਰੀਆਂ ਚੱਲਦੀਆਂ ਸੀ। ਸੋ ਜਿਹੜੀ ਜਿੰਦ ਸੀ ਉਹ ਨਾ ਕਰ ਸਕੀ ਉਸ ਰਿਸ਼ਤੇ ਨੂੰ। ਉਹਨਾਂ ਦਾ ਵੀ ਵਿਆਹ ਹੋ ਗਿਆ। ਤੇ ਜਦੋਂ ਵਿਆਹ ਹੋ ਗਿਆ ਹੁਣ ਜਿਹੜੀ ਰਾਜ ਸੀ ਉਹ ਤਾਂ ਆਪਣੇ ਨਿਊਕਲੀਅਰ ਫੈਮਿਲੀ 'ਚ ਰਹਿੰਦੀ ਸੀ, ਇਕੱਲੀ ਰਹਿੰਦੀ ਸੀਗੀ। ਤੇ ਜਿੰਦ ਸੀ ਜਦੋਂ ਉਹਦੇ ਕੋਲ ਜਾਂਦੀ ਹੁੰਦੀ ਸੀ ਰਾਜ ਆਪਣੀ ਛੋਟੀ ਭੈਣ ਕੋਲ, ਤਾਂ ਦੇਖਦੀ ਸੀ ਕਿ ਮੇਰੀ ਭੈਣ ਤਾਂ ਹਮੇਸ਼ਾ ਕੰਮ 'ਚ ਲੱਗੀ ਰਹਿੰਦੀ ਹੈ। ਹਾਲਾਂਕਿ ਸ਼ੁਰੂਆਤ ਵਿੱਚ ਜਿਹੜੀ ਉਹ ਜਿੰਦ ਸੀ ਉਹਨੂੰ ਥੋੜਾ ਮੁਸ਼ਕਿਲ ਹੋਇਆ ਐਡਜਸਟ ਕਰਨਾ, ਪਰ ਫਿਰ ਵੀ ਉਹ ਐਡਜਸਟ ਕਰ ਲਿਆ ਉਸ ਜੁਆਇੰਟ ਫੈਮਿਲੀ 'ਚ, ਕਿਉਂਕਿ ਉਹਦੇ ਚਾਚੇ ਵੀ ਨਾਲ ਰਹਿੰਦੇ ਸੀਗੇ, ਤਾਏ ਵੀ ਸੀ ਨਾਲ ਉਹਦੇ ਹਸਬੈਂਡ ਦੇ, ਤੇ ਹੋਰ ਕਾਫੀ ਬੜਾ ਪਰਿਵਾਰ ਸੀ। ਤੇ ਜਿਨ੍ਹਾਂ ਨੇ ਆਣਾ ਤਾਂ ਉਹਦੇ ਵਿੱਚ ਰੋਟੀ ਬਣਾਓ ਜੀ, ਸਬਜ਼ੀ ਬਣਾਓ, ਸਾਰਾ ਕੁਝ ਉਹ ਕਾਫੀ ਕੰਮ ਕਰਦੀ ਸੀ। ਤੇ ਫਿਰ ਕੁਝ ਐਸਾ ਹੋਇਆ ਕਿ ਦੋਨੋਂ ਪ੍ਰੈਗਨੈਂਟ ਹੋਈਆਂ, ਉਹਨਾਂ ਦੇ ਘਰ ਖੁਸ਼ੀ ਆਉਣ ਲੱਗੀ। ਤੇ ਜਦੋਂ ਦੋਨਾਂ ਦੇ ਘਰ ਬੱਚੇ ਹੋਏ ਤਾਂ ਜਿਹੜੀ ਰਾਜ ਸੀ ਬੜੀ ਭੈਣ ਸੀ, ਉਹਨੂੰ ਬੱਚਾ ਸੰਭਾਲਣ 'ਚ ਬੜੀ ਮੁਸ਼ਕਲ ਆ ਰਹੀ ਸੀ। ਉਹਨੇ ਕੰਮ ਵੀ ਛੱਡਤਾ, ਆਪਣਾ ਕੰਮ ਛੱਡਿਆ ਤਾਂ ਕਿਉਂਕਿ ਓਬਵੀਅਸਲੀ ਬੱਚੇ ਨੂੰ ਸਾਂਭਣਾ ਸੀ, ਕਿਉਂਕਿ ਇਕੱਲੀ ਰਹਿੰਦੀ ਸੀ ਉਹ, ਤਾਂ ਉਹਨੂੰ ਕੰਮ ਛੱਡਣਾ ਪਿਆ। ਤੇ ਹਸਬੈਂਡ ਨੇ ਵੀ ਜਦੋਂ ਕੰਮ ਤੋਂ ਆਉਣਾ ਉਹਨੇ ਕਹਿਣਾ ਬੱਚਾ ਰੋਂਦਾ ਹੈ, ਮੈਨੂੰ ਇਹਨੂੰ ਪਰੇ ਲੈ ਕੇ ਬਹਿ ਜਾ। ਤੇ ਕਾਫੀ ਪ੍ਰੋਬਲਮਸ ਆਈਆਂ ਉਹਨਾਂ ਨੂੰ। ਤੇ ਦੂਸਰੇ ਪਾਸੇ ਜਿਹੜੀ ਜਿੰਦ ਸੀ ਛੋਟੀ ਭੈਣ, ਉਹਦਾ ਪਰਿਵਾਰ ਐਡਾ ਬੜਾ ਸੀ ਔਰ ਸਾਰੇ ਬੱਚੇ ਨੂੰ ਸਾਂਭਦੇ ਸੀਗੇ ਉਹਦੇ ਬੱਚੇ ਨੂੰ। ਤੇ ਉਹ ਉਸ ਤੋਂ ਬਾਅਦ ਉਹਨਾਂ ਦੇ ਬਿਜ਼ਨਸ ਵਿੱਚ ਇੱਕ ਮੈਨੇਜਰ ਦੀ ਲੋੜ ਪਈ। ਤਾਂ ਉਹਦੇ ਜਿਹੜੇ ਫਾਦਰ ਇਨ ਲਾ ਸੀ ਜਿੰਦ ਦੇ, ਉਹ ਕਹਿਣ ਲੱਗੇ ਬੇਟਾ ਤੂੰ ਇੰਨੀ ਪੜ੍ਹੀ ਲਿਖੀ ਹੈ ਵੀ ਕਿਉਂ ਸਾਨੂੰ ਇੱਕ ਮੈਨੇਜਰ ਦੀ ਲੋੜ ਹੈ, ਵੀ ਤੂੰ ਜੌਬ ਕਰ ਲਾ, ਬੱਚੇ ਦੀ ਫਿਕਰ ਨਾ ਕਰ, ਬੱਚੇ ਅਸੀਂ ਸਾਰੇ ਮਿਲ ਕੇ ਸਾਂਭ ਲਵਾਂਗੇ। ਔਰ ਉਹ ਆਪਣਾ ਕੰਮ ਲੱਗ ਪਏ ਕਰਨ ਤੇ ਬੱਚੇ ਨੂੰ ਉਸ ਜਿਹੜਾ ਪਰਿਵਾਰ ਸੀ ਉਹ ਸਾਂਭਣ ਲੱਗ ਪਿਆ। ਬੱਚੇ ਬੜੇ ਹੋਣ ਲੱਗ ਪਏ, ਅਲੱਗ-ਅਲੱਗ ਸੰਸਕਾਰਾਂ ਵਿੱਚ ਬੱਚੇ ਬੜੇ ਹੋ ਗਏ। ਲੇਕਿਨ ਹੁਣ ਇਸ ਕਹਾਣੀ 'ਚ ਮੈਂ ਸਿਰਫ ਤੁਹਾਨੂੰ ਇਹਦਾ ਕੁਝ ਦੱਸੂਗਾ ਨਹੀਂ, ਨਿਸ਼ਕਰਸ਼ ਨਹੀਂ ਦੱਸੂਗਾ, ਸਿਰਫ ਤੁਹਾਨੂੰ ਪੁੱਛੂਗਾ ਵੀ ਤੁਸੀਂ ਦੱਸੋ ਵੀ ਕਿਆ ਆਪਾਂ ਨੂੰ ਜੁਆਇੰਟ ਫੈਮਿਲੀ 'ਚ ਰਹਿਣਾ ਚਾਹੀਦਾ ਜਾਂ ਨਿਊਕਲੀਅਰ ਫੈਮਿਲੀ 'ਚ ਰਹਿਣਾ ਚਾਹੀਦਾ। ਡਿਸੀਜਨ ਤੁਸੀਂ ਲੈਣਾ ਤੇ ਤੁਸੀਂ ਦੱਸਣਾ ਕਿਹੜਾ ਪਰਿਵਾਰ ਵਧੀਆ ਹੈ, ਜੁਆਇੰਟ ਫੈਮਿਲੀ ਜਾਂ ਨਿਊਕਲੀਅਰ ਫੈਮਿਲੀ। ਸੋ ਇਹ ਸੀ ਅੱਜ ਦੀ ਕਹਾਣੀ। ਦੋਸਤੋ ਹੁਣ ਵੇਲਾ ਹੈ ਤੁਹਾਨੂੰ ਅੱਜ ਦੇ ਗੈਸਟ ਨਾਲ ਰੂਬਰੂ ਕਰਾਉਣ ਦਾ। ਅੱਜ ਦੇ ਗੈਸਟ ਹਾਲਾਂਕਿ ਮੈਂ ਦੱਸ ਦਵਾਂ ਕਿ ਮੈਂ ਲਿਖਿਆ ਸੀਗਾ ਕਿ ਵੈਰੀ ਯੰਗ ਪੋਇਟ, ਇੰਨੇ ਵੀ ਯੰਗ ਨਹੀਂ ਹੈ, ਲੇਕਿਨ ਜੋ ਇਹਨਾਂ ਦੀ ਲੇਖਣੀ ਹੈ ਨਾ, ਮੈਂ ਉਹਦੇ ਬਾਰੇ ਗੱਲ ਕਰ ਰਿਹਾ ਸੀਗਾ। ਐਕਚੁਅਲੀ ਪਹਿਲੀ ਵਾਰੀ ਇਹ ਟੀਵੀ ਤੇ ਸਾਡੇ ਨਾਲ ਸ਼ੋਅ ਕਰ ਰਹੇ ਨੇ, ਪਹਿਲੀ ਵਾਰੀ ਆਏ ਨੇ, ਕਿਉਂਕਿ ਸਾਡੇ ਚੈਨਲ ਦੀ ਰੀਤ ਰਹੀ ਹੈ, ਇਸ ਪ੍ਰੋਗਰਾਮ ਦੀ ਰੀਤ ਰਹੀ ਹੈ ਕਿ ਅਸੀਂ ਨਵੇਂ ਤੋਂ ਨਵੇਂ ਜਿਹੜੇ ਸ਼ਾਇਰ ਨੇ ਜਾਂ ਕਵੀ ਨੇ, ਲੇਖਕ ਨੇ, ਉਹਨਾਂ ਨੂੰ ਇਸ ਮੰਚ ਤੇ ਮੌਕਾ ਦੇਈਦਾ ਆ। ਔਰ ਅੱਜ ਵੀ ਉਸੇ ਲੜੀ ਵਿੱਚ ਜਿਹਨਾਂ ਨੂੰ ਤੁਹਾਡੇ ਰੂਬਰੂ ਕਰੂੰਗਾ, ਇਹਨਾਂ ਦੇ ਬਾਰੇ ਮੈਂ ਕੀ ਦੱਸਾਂ। ਵੈਸੇ ਤਾਂ ਕਿ ਇਹਨਾਂ ਨੇ ਕਈ ਗੀਤ ਵੀ ਲਿਖੇ ਆ, ਗਜ਼ਲ ਵੀ ਲਿਖਦੇ ਨੇ, ਕਵਿਤਾਵਾਂ ਵੀ ਲਿਖਦੇ ਨੇ, ਔਰ ਇਹਨਾਂ ਦੇ ਗੀਤ ਜਿਹੜੇ ਬੜੇ ਬੜੇ ਸਿੰਗਰ ਉਹਨਾਂ ਨੇ ਗਾਏ ਵੀ ਨੇ, ਜਿਨ੍ਹਾਂ ਵਿੱਚੋਂ ਇੱਕ ਆਪਾਂ ਨਾਂ ਲਈਏ ਸਲੀਮ ਨੇ ਇਹਨਾਂ ਦਾ ਗੀਤ ਗਾਇਆ, ਲਿਖਿਆ ਹੋਇਆ। ਤੇ ਨਾਲ ਹੀ ਇੰਗਲੈਂਡ 'ਚ ਵਸਦੀ ਸਾਜੀਆ ਜੱਜ, ਉਹ ਵੀ ਕਾਫੀ ਤੁਸੀਂ ਜਾਣਦੇ ਹੋ ਉਹਨੂੰ ਵੀ, ਉਹਨੇ ਵੀ ਇਹਨਾਂ ਦੇ ਗੀਤ ਲਿਖੇ ਗਏ। ਹੋਰ ਵੀ ਕਈ ਸਿੰਗਰ ਹੈ ਜਿਨ੍ਹਾਂ ਦੇ ਸਿੰਗਰਾਂ ਨੇ ਇਹਨਾਂ ਦੇ ਗੀਤ ਗਾਏ ਨੇ। ਔਰ ਅੱਜ ਤੁਹਾਨੂੰ ਰੂਬਰੂ ਕਰਾਣੇ ਆ ਉਹਨਾਂ ਦੇ ਨਾਲ ਜਿਨ੍ਹਾਂ ਦਾ ਨਾਮ ਹੈ
ਪਰਮਿੰਦਰ ਸਿੰਘ ਸਿੱਧੂ ਜੀ। ਪਰਮਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਪ੍ਰੋਗਰਾਮ ਵਾਜੀ ਵਾਹ ਵਿੱਚ। ਤੁਸੀਂ ਵੀ ਸਾਡੇ ਦਰਸ਼ਕਾਂ ਨਾਲ ਸਤਿ ਸ਼੍ਰੀ ਅਕਾਲ ਬੁਲਾ ਲਓ। ਸਤਿ ਸ਼੍ਰੀ ਅਕਾਲ ਜੀ, ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। KTV ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਐਂਡ ਤੱਕ ਤੁਹਾਡਾ ਭਾਜੀ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ KTV ਦੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਥੈਂਕ ਯੂ ਦਿੱਤਾ। ਭਾਜੀ। ਮੈਂ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਾਡੇ ਚੈਨਲ ਦੀ ਇਹ ਰੀਤ ਰਹੀ ਹੈ, ਸਾਡੇ ਪ੍ਰੋਗਰਾਮ ਦੀ ਇਹ ਰੀਤ ਰਹੀ ਹੈ ਕਿ ਅਸੀਂ ਨਵੇਂ ਤੋਂ ਨਵੇਂ ਸ਼ਾਇਰ ਨੂੰ ਹਮੇਸ਼ਾ ਮੌਕਾ ਦੇਈਦਾ। ਹਾਲਾਂਕਿ ਤੁਸੀਂ ਕਾਫੀ ਸਮੇਂ ਤੋਂ ਇਸ ਫੀਲਡ ਵਿੱਚ ਹੋ, ਪਰ ਫਿਰ ਵੀ ਅੱਜ ਟੀਵੀ 'ਚ ਤੁਹਾਨੂੰ ਰੂਬਰੂ ਪਹਿਲੀ ਵਾਰ ਹੋ ਰਹੇ ਹੋ ਤੁਸੀਂ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹਾਂਗਾ ਕਿ ਤੁਹਾਡਾ ਪਿਛੋਕੜ ਕਿੱਥੋਂ ਆ? ਹਾਂਜੀ ਭਾਜੀ, ਮੈਂ ਇੰਡੀਆ ਜਲੰਧਰ ਡਿਸਟ੍ਰਿਕਟ ਦੇ ਵਿੱਚ ਪਿੰਡ ਹੈ ਮੇਰਾ ਜੀ, ਇਹ ਖੋਜਕੀਪੁਰ ਸਲਾਲਾ। ਹਾਂਜੀ ਹਾਂਜੀ, 2 ਪਿੰਡ ਆ, ਖੋਜਕੀਪੁਰ ਸਲਾਲਾ। ਹਾਂਜੀ। ਪਰ ਕਈ ਪੁਰਾਣੇ ਲੋਕ ਨੰਗਲ ਸਰਾਲਾ ਵੀ ਕਹਿੰਦੇ, ਉਹ 3 ਪਿੰਡ ਹੋ ਜਾਂਦੇ ਆ। ਅੱਛਾ ਜੀ। ਹਾਂਜੀ, ਇਹ ਆਦਮਪੁਰ ਦੁਆਬਾ ਦੇ ਲਾਗੇ। ਓਕੇ। ਹਾਂਜੀ ਪਰਮਿੰਦਰ ਜੀ, ਤੁਹਾਡੀ ਜਿਹੜੀ ਮੁੱਢਲੀ ਪੜ੍ਹਾਈ ਸੀ, ਹਾਂਜੀ। ਇਹਦੇ ਬਾਰੇ ਵੀ ਸਾਨੂੰ ਕੁਝ ਦੱਸੋ ਵੀ ਤੁਸੀਂ ਕਿੱਥੇ ਪੜ੍ਹੇ, ਕਿੱਦਾਂ ਜਵਾਨ ਹੋਏ ਤੇ ਕਦੋਂ ਤੁਸੀਂ ਇਸ ਇੰਗਲੈਂਡ ਦੀ ਧਰਤੀ 'ਤੇ ਆਏ ਸੀ? ਤੇ ਪ੍ਰਾਇਮਰੀ ਤਾਂ ਪਿੰਡੋਂ ਹੀ ਕੀਤੀ ਸੀਗੀ ਜੀ। ਤੇ ਜਿਹੜੀ 10ਵੀਂ ਤੱਕ 6ਵੀਂ ਤੋਂ ਉਹ ਪਿੰਡ, ਉਦੋਂ ਸਕੂਲ ਹੈ ਨਹੀਂ ਸੀਗਾ। ਜੀ। ਤੇ ਸਾਡੇ ਪਿੰਡਾਂ ਦੇ ਲਾਗੇ ਪਿੰਡ ਆ ਦੋਲੀ ਕੇ ਦੂੜੇ, ਹਾਂਜੀ। ਚੰਗਾ ਮਸ਼ਹੂਰ ਪਿੰਡ ਹੈ ਉਹ ਵੀ। ਜੀ। ਤੇ 10ਵੀਂ ਤੱਕ ਉੱਥੇ ਪੜ੍ਹੇ ਜੀ। ਤੇ ਫਿਰ BCom ਕੀਤੀ ਜਲੰਧਰ ਖਾਲਸਾ ਕਾਲਜ ਤੋਂ। ਓਕੇ। ਹਾਂਜੀ। ਤੇ ਫਿਰ ਕਦੋਂ ਕਹਿੰਦੇ ਹੁੰਦੇ ਪ੍ਰਵਾਸੀ ਕਦੋਂ ਹੋਏ ਫਿਰ? ਪ੍ਰਵਾਸੀ ਹੋਏ ਜੀ 92 ਦੇ ਵਿੱਚ। ਅੱਛਾ। ਹਾਂਜੀ, ਮਾਰਚ 92 ਚ ਹੋਏ ਤੁਸੀਂ ਇੱਥੇ UK 'ਚ ਆਏ। ਹਾਂਜੀ। ਸਿੱਧੂ ਸਾਹਿਬ, ਗੱਲ ਆਪਾਂ ਕਰ ਰਹੇ ਸੀ, ਤੁਸੀਂ ਪ੍ਰਵਾਸੀ ਹੋਏ, ਪੜ੍ਹਾਈ ਤੁਹਾਡੀ ਉੱਥੇ ਹੋਈ ਪੰਜਾਬ 'ਚ ਹੀ, ਫਿਰ ਤੁਸੀਂ ਇੱਥੇ ਆ ਗਏ। ਹਾਂਜੀ। ਜਿਹੜਾ ਲਿਖਣ ਦਾ ਸਫ਼ਰ ਹੈ, ਹਾਂਜੀ। ਖਾਸ ਕਰ ਕਿਉਂਕਿ ਉਹ ਕਦੋਂ ਸ਼ੁਰੂ ਹੋਇਆ? ਔਰ ਮੈਨੂੰ ਪਤਾ ਕਿ ਤੁਸੀਂ ਪਹਿਲਾਂ ਤੁਸੀਂ ਜਿਸ ਤਰ੍ਹਾਂ ਦੱਸਿਆ ਸੀਗਾ ਕਿ ਤੁਸੀਂ ਛੋਟੀ ਮੋਟੀ ਪੈਰੋਡੀਜ਼ ਵੀ ਲਿਖਦੇ ਹੁੰਦੇ ਸੀਗੇ, ਸ਼ਾਇਰੋ ਸ਼ਾਇਰੀ ਲਿਖਦੇ ਹੁੰਦੇ ਸੀ, ਪਰ ਸਾਨੂੰ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਪੂਰੀ ਡਿਟੇਲ ਦੱਸੋ ਵੀ ਲਿਖਣ ਦਾ ਐਕਚੁਅਲ ਸਫ਼ਰ ਕਿੱਦਾਂ ਸ਼ੁਰੂ ਹੋਇਆ? ਐਕਚੁਅਲੀ ਜਿੱਦਾਂ ਜੀ, ਜਦੋਂ ਕਾਲਜ ਜਾਂਦੇ ਹੁੰਦੇ ਸੀਗੇ ਜਾਂ ਸ਼ੌਂਕ ਸੀਗਾ ਤੇ ਕੋਈ ਨਾ ਕੋਈ ਬੁੱਕ ਪੜ੍ਹਨੀ, ਜੇ ਕੋਈ ਸ਼ੇਰੋ ਸ਼ਾਇਰੀ ਵਾਲੀਆਂ ਬੁੱਕਾਂ ਪੜ੍ਹਨੀਆਂ, ਜਿਹੜਾ ਸ਼ੇਰ ਚੰਗਾ ਲੱਗਾ ਤੇ ਉਹ ਫਿਰ ਉਹਨੂੰ ਨੋਟਬੁੱਕ ਦੇ ਵਿੱਚ ਨੋਟ ਕਰੀ ਜਾਣਾ ਜੀ। ਤੇ ਇਦਾਂ ਹੌਲੀ ਹੌਲੀ ਜਿੱਦਾਂ ਵੀ ਕੋਈ ਨਾ ਕੋਈ 4 ਲਾਈਨਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਜੀ। ਕੋਈ ਗਾਣਾ ਮਸ਼ਹੂਰ ਹੋ ਜਾਣਾ, ਉਹਦਾ ਪੁੱਠਾ ਜਿਹਾ ਬਣਾ ਲੈਣਾ ਵੀ ਸ਼ੁਗਲ ਮੇਲੇ ਲਈ ਜੀ। ਤੇ ਫਿਰ ਤਾਂ ਗਾਣੇ ਗੁਣੇ ਲਿਖਣੇ ਸ਼ੁਰੂ ਕਰ ਦਿੱਤੇ। ਠੀਕ ਹੈ ਜੀ। ਤੇ ਪਰ ਜਿਹੜਾ ਅਸਲੀ ਸ਼ੌਂਕ ਜਿੱਦਾਂ ਕਹਿ ਲਈਏ ਪੂਰਾ ਹੋਇਆ, ਬੂਰ ਪਿਆ ਜਿਹਨੂੰ, ਇੱਥੇ ਆ ਕੇ ਪੇਪਰਾਂ 'ਚ ਜਦੋਂ ਛਪਣ ਲੱਗਿਆ ਫਿਰ ਮਨ ਨੂੰ ਥੋੜਾ ਜਿਹਾ ਸਕੂਨ ਜਿਹਾ ਮਿਲਿਆ। ਜਿੱਦਾਂ ਫਿਰ ਚਾਂਸ ਇੱਥੇ ਆ ਕੇ ਮਿਲਿਆ, ਜਿਹੜੇ ਇੱਥੇ ਆਪਣੇ ਦੇਸ਼ ਪ੍ਰਦੇਸ਼ ਪੇਪਰ ਸੀ ਜੀ ਜੀ, ਤੇ ਆਪਣੇ ਹੁਣ ਪੰਜਾਬ ਟਾਈਮ ਪੇਪਰ ਦੇ ਵਿੱਚ ਤਕਰੀਬਨ ਐਵਰੀ ਮਹੀਨੇ ਇੱਕ ਅੱਧੀ ਕਵਿਤਾ ਛਪ ਜਾਂਦੀ ਆ। ਕੀ ਬਾਤ ਹੈ ਜੀ। ਤੇ ਪਹਿਲਾਂ ਇੱਥੋਂ ਬਰਮਿੰਘਮ ਤੇ ਪੇਪਰ ਸੀਗਾ ਆਵਾਜ਼ੇ ਗਾਉਂ। ਹਾਂਜੀ। ਉਹ ਹੁਣ ਮੇਰੇ ਖਿਆਲ ਪਤਾ ਨਹੀਂ ਬੰਦ ਹੋ ਗਿਆ। ਪਹਿਲਾਂ ਐਕਚੁਅਲੀ ਸਟਾਰਟਿੰਗ ਮੇਰੀ ਉੱਥੋਂ ਹੋਈ ਸੀ, ਆਵਾਜ਼ੇ ਗਾਉਂ ਤੋਂ ਹੋਈ ਸੀ, ਜਿੱਦਾਂ ਕਵਿਤਾਵਾਂ। ਠੀਕ। ਹਾਂਜੀ। ਪਰਮਿੰਦਰ ਜੀ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਤੁਸੀਂ ਗੀਤ ਵੀ ਲਿਖਦੇ ਹੋ, ਗਜ਼ਲਾਂ ਵੀ ਲਿਖਦੇ ਹੋ ਤੇ ਨਾਲ ਕਵਿਤਾਵਾਂ ਵੀ ਲਿਖਦੇ ਹੋ, ਔਰ ਤੁਹਾਡੇ ਗੀਤ ਨਾਮਵਰ ਜਿਹੜੇ ਸਿੰਗਰ ਉਹਨਾਂ ਨੇ ਗਾਏ ਵੀ ਨੇ। ਹਾਂਜੀ। ਇਹਦਾ ਸਬਬ ਕਿੱਦਾਂ ਬਣਿਆ ਕਿ ਤੁਹਾਡੇ ਗੀਤ ਸਲੀਮ ਵਰਗੇ ਜਿਹੜੇ ਇੰਨੇ ਬੜੇ ਸਿੰਗਰ ਨੇ ਉਹਨਾਂ ਨੇ ਤੁਹਾਡਾ ਗੀਤ ਨੂੰ ਗਾਇਆ ਵੀ ਹੈ? ਤੇ ਉਹ ਭਾਜੀ ਤਾਂ ਜਦੋਂ ਸ਼ੌਂਕ ਸੀਗਾ ਥੋੜਾ ਭੰਗੜੇ ਦੀ ਟੀਮ ਦਾ ਵੀ, ਇੰਡੀਆ ਵਿੱਚ ਖਾਲਸਾ ਕਾਲਜ ਦੀ ਇੱਕ ਸਾਲ ਟੀਮ ਦੇ ਵਿੱਚ ਟ੍ਰੇਨਿੰਗ ਕੀਤੀ ਸੀਗੀ। ਐਕਚੁਅਲੀ ਪਾਰਟਿਸਿਪੇਟ ਨਹੀਂ ਕੀਤਾ ਤਾਂ ਟ੍ਰੇਨਿੰਗ ਕੀਤੀ ਸੀਗੀ। ਹਾਂਜੀ। ਤੇ ਮੁੜ ਕੇ ਇੱਥੇ ਇੰਗਲੈਂਡ ਆ ਕੇ ਗਰੁੱਪ ਦੇ ਨਾਲ ਜੁੜ ਗਏ, ਭੰਗੜਾ ਗਰੁੱਪ ਨਾਲ। ਉਹ ਵੀ ਸ਼ੌਂਕ ਇੱਥੇ ਆ ਕੇ ਪੂਰਾ ਹੋਇਆ। ਹਾਂਜੀ। ਤੇ ਉਸ ਭੰਗੜੇ ਗਰੁੱਪ ਦੇ ਵਿੱਚ ਹੀ ਇੱਕ ਮੁੰਡਾ ਸੀਗਾ ਸਾਡੇ ਨਾਲ, ਤੇ ਉਦੋਂ ਨਹੀਂ ਸੀ ਪਤਾ, ਬਾਅਦ ਵਿੱਚ ਪਤਾ ਲੱਗਾ ਵੀ ਉਹਨਾਂ ਨੂੰ ਵੀ ਸ਼ੌਂਕ ਹੈ ਜਿੱਦਾਂ ਮਿਊਜ਼ਿਕ ਡਾਇਰੈਕਟਰ ਦਾ, ਮਿਊਜ਼ਿਕ ਕਰਨ ਦਾ। ਹਾਂਜੀ। ਤੇ ਭੰਗੜੇ ਤੋਂ ਬਾਅਦ ਫਿਰ ਜਿੱਦਾਂ ਸਾਡਾ ਮੁੜ ਕੇ ਕੰਟੈਕਟ ਹੋਇਆ। ਹਾਂਜੀ। ਤੇ ਉਹਨੇ ਫਿਰ ਮੈਨੂੰ ਕਿਹਾ ਵੀ ਇੱਦਾਂ ਇੱਦਾਂ ਗਾਣਾ ਸਾਨੂੰ ਚਾਹੀਦਾ ਆ ਜੀ। ਤੇ ਪਹਿਲਾ ਗਾਣਾ ਹੋਇਆ ਸੀਗਾ ਬ੍ਰਿਟਿਸ਼ ਤੋਂ ਵਿਨ ਹੋਇਆ ਸੀ ਮੁੰਡਾ ਰਵੀ ਜੋਸ਼ਨ। ਹਾਂਜੀ। ਤੇ ਉਹਨੇ ਮੈਨੂੰ, ਤੇ ਉਹ ਮੁੰਡੇ ਦਾ ਨਾਮ ਬੱਪ ਸਗੂ ਆ, ਮਿਊਜ਼ਿਕ ਡਾਇਰੈਕਟਰ। ਹਾਂਜੀ। ਬਹੁਤ ਵਧੀਆ DJ ਸ਼ੋਅ ਕਰਦੇ ਆ ਜੀ। ਤੇ ਉਹਨੇ ਮੈਨੂੰ ਕਿਹਾ ਵੀ ਇੱਕ ਸਿੱਧੀ ਗੱਲ ਆਈਡੀਆ ਆ ਵੀ ਇਹ ਤੇ ਗਾਣਾ ਲਿਖਣਾ, ਸਿੱਧੀ ਗੱਲ ਤੇ। ਹਾਂਜੀ ਜੀ। ਤੇ ਫਿਰ ਉਹ ਲਿਖਿਆ ਸਿੱਧੀ ਗੱਲ ਮੂੰਹ ਤੇ ਆਖਦੇ। ਤੇ ਉਸ ਤੋਂ ਬਾਅਦ ਫਿਰ ਕੈਰੀ ਔਨ 4 ਗਾਣੇ ਲਗਾਤਾਰ ਉਹਦੇ ਨਾਲ ਹੀ ਹੋਏ। ਤੇ ਇੱਕ ਉਸ ਤੋਂ ਬਾਅਦ ਕੀਤਾ ਸੀ ਜੰਪ। ਹਾਂਜੀ। ਇੰਡੀਆ ਦੇ ਵਿੱਚ ਪੁਰਾਣਾ ਸਿੰਗਰ ਹੈ ਮਨਜੀਤ ਪੱਪੂ ਜੀ ਜੀ ਜੀ। ਫਿਰ ਸ਼ਾਜੀਆ ਜੱਜ ਬਹੁਤ ਲੇਡੀ ਸਿੰਗਰ ਆ, ਬਹੁਤ ਵਧੀਆ ਸਿੰਗਰ ਆ, ਤੇ ਉਹਦੇ ਨਾਲ ਕੀਤਾ। ਤੇ ਮਾਸਟਰ ਸਲੀਮ ਹੋਣਾ ਨਾਲ ਕਿਸ ਤਰ੍ਹਾਂ ਤੁਸੀਂ? ਉਹ ਵੀ ਇਹ ਸਾਰੇ ਕ੍ਰੈਡਿਟ ਸਾਰਾ ਉਸ ਮਿਊਜ਼ਿਕ ਡਾਇਰੈਕਟਰ ਬੱਪ ਸੱਗੂ ਨੂੰ ਜਾਂਦਾ। ਉਹ ਕਿਹੜਾ ਗੀਤ ਸੀ ਜਿਹੜਾ ਮਾਸਟਰ ਸਲੀਮ ਹੋਣਾ ਨੇ ਗਾਇਆ? ਉਹ ਸੀ ਭੰਗੜੇ ਚ ਮਿਸ ਕੋਰ ਨੱਚਦੀ, ਭੰਗੜੇ ਚ ਪਿੰਡ ਵਿੱਚ ਪੈਂਦੀ ਹੈ ਧਮਾਲ, ਜਦੋਂ ਸਾਰੇ ਬੀਟ ਸੌਂਗ ਹੀ ਆ। ਕੀ ਬਾਤ ਹੈ ਜੀ। ਹਾਂਜੀ। ਤੇ ਤੁਹਾਨੂੰ ਗਜ਼ਲਾਂ ਲਿਖਣ ਦਾ ਵੀ ਸ਼ੌਂਕ ਹੈਗਾ ਆ? ਹਾਂਜੀ।
ਗਜ਼ਲ ਵੀ ਕਿਸੇ ਨੇ ਗਾਈ ਤੁਹਾਡੀ ਲਿਖੀ ਹੋਈ ਅੱਜ ਤੱਕ? ਨਹੀਂ ਜੀ। ਅੱਛਾ, ਸਿਰਫ ਗੀਤਾਂ ਨੂੰ ਹੀ ਹਾਲੇ ਤੱਕ? ਹਾਂਜੀ, ਗੀਤਾਂ ਨੂੰ ਜਿੱਦਾਂ ਉਹ। ਪਰਮਿੰਦਰ ਜੀ, ਆਪਾਂ ਗੱਲਾਂ ਕਰੀ ਜਾਣੀਆਂ, ਲੇਕਿਨ ਮੈਂ ਹੁਣ ਚਾਹਾਂਗਾ ਕਿ ਤੁਸੀਂ ਅੱਜ ਦੀ ਜਿਹੜੀ ਪ੍ਰੋਗਰਾਮ ਦਾ ਆਗਾਜ਼ ਕਰੋ ਔਰ ਆਪਣੀ ਜਿਹੜੀ ਤੁਹਾਡੇ ਪਹਿਲੀ ਕਵਿਤਾ ਜੋ ਹੈ ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ। ਤੇ ਜਿੱਦਾਂ ਭਾਜੀ ਕਹਿੰਦੇ ਹੁੰਦੇ ਵੀ ਜਦੋਂ ਵੀ ਕੋਈ ਕੰਮ ਸ਼ੁਰੂ ਕਰਨਾ ਜੀ ਜੀ ਤੇ ਪ੍ਰਮਾਤਮਾ ਦੇ ਨਾਂ ਤੋਂ ਕਰਨਾ ਚਾਹੀਦਾ ਜੀ, ਪਰ ਮਾਂ ਵੀ ਪ੍ਰਮਾਤਮਾ ਦਾ ਹੀ ਰੂਪ ਆ, ਉਹਦਾ ਹੀ ਰੂਪ ਹੈ ਜੀ। ਤੇ ਇਸ ਕਰਕੇ ਵੀ ਮੈਂ ਮਾਂ ਬਾਰੇ ਕਵਿਤਾ ਪੜਾਂਗਾ। ਤੇ ਕਿਉਂਕਿ ਜਦੋਂ ਪਹਿਲਾਂ ਆਏ ਉਦੋਂ ਫੇਸਬੁੱਕ WhatsApp ਵਗੈਰਾ ਹੁੰਦਾ ਨਹੀਂ ਸੀ, ਇੰਨਾ ਈਜ਼ੀ ਨਹੀਂ ਸੀ ਕੰਟੈਕਟ ਕਰਨਾ। ਜੀ ਜੀ ਜੀ। ਤੇ ਉਦੋਂ ਚਿੱਠੀਆਂ ਤੇ ਚੱਲਦਾ ਸੀ, ਤਾਂ ਉਦੋਂ ਵਤਨ ਤੋਂ ਚਿੱਠੀ ਵੀ ਜਿਹੜੀ ਆਉਂਦੀ ਸੀ ਇੱਕ ਵਾਰ ਸਮਝ ਲਓ ਵੀ ਆਕਸੀਜਨ ਨਹੀਂ ਹੁੰਦੀ ਸੀ। ਵਾਕਈ ਕਹਿੰਦੇ ਹੁੰਦੇ ਵਤਨ ਦੀ ਮਿੱਟੀ ਜਦੋਂ ਆਉਂਦੀ ਹੈ ਨਾ, ਫਿਰ ਉਹ ਜਿਹੜੀ ਖੁਸ਼ਬੂ ਆ ਅੰਦਰ ਜਿਹੜੀ ਆਪਣੇ ਬਸੀ ਹੁੰਦੀ ਹੈ, ਫਿਰ ਉਹ ਕੋਈ ਵੱਖਰਾ ਹੀ ਉਹਦੇ ਵਿੱਚੋਂ ਜਿਹੜਾ ਪੂਰਾ ਸਕੂਨ ਮਿਲਦਾ ਵੀ ਹਾਂ ਵੀ ਕੋਈ ਮਿਲਿਆ ਸਾਨੂੰ ਵਤਨ ਦਾ। ਤੇ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਆ ਜਾਓ ਫਿਰ ਅੱਜ ਦੇ ਆਪਾਂ ਇਸ ਪ੍ਰੋਗਰਾਮ ਦਾ ਮਾਂ ਦੇ ਨਾਂ ਤੋਂ ਹੀ ਇਹ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਨੂੰ। ਇਹ ਜੀ ਇਹ ਵਾਕਿਆ ਜੀ ਗੁਰਦੀਪ ਸਿੰਘ ਪੁਰੀ ਹੁਣੀ ਸੰਪਾਦਿਤ ਕੀਤੀ ਸੀਗੀ। ਉਹਦੇ ਵਿੱਚ ਸਾਰੀਆਂ ਕਵਿਤਾਵਾਂ ਮਾਂ ਬਾਰੇ ਸੀਗੀਆਂ। ਉਹਨੇ ਸਾਰੇ ਇੰਗਲੈਂਡ ਤੋਂ ਜਿੱਦਾਂ ਇਕੱਠੀਆਂ ਕੀਤੀਆਂ ਸੀਗੀਆਂ। ਮਾਂ ਬੇਨ ਜਿਹੜੀ ਕਿਤਾਬ ਥੋੜੀ ਛਪੀ ਸੀ ਉਹਦੇ ਵਿੱਚ ਤੁਹਾਡੀ ਕਵਿਤਾ? ਹਾਂਜੀ, ਉਹਦੇ ਵਿੱਚ ਸੀਗੀਆਂ। ਜਿੱਦਾਂ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਇਹ ਕਿਤਾਬ ਤੁਹਾਨੂੰ ਸਕਰੀਨ ਤੇ ਵੀ ਨਜ਼ਰ ਆ ਰਹੀ ਹੈ। ਗੁਰਦੀਪ ਸਿੰਘ ਪੁਰੀ ਜਿਹੜੇ ਸੰਪਾਦਕ ਸੀ, ਉਹਨਾਂ ਨੇ ਇਹ ਕਿਤਾਬ ਛਾਪੀ ਸੀ, ਉਹਨਾਂ ਵਿੱਚ ਵੀ ਇਹਨਾਂ ਦੀ ਜਿਹੜੀ ਇਹ ਸੀ ਕਵਿਤਾ ਛਪੀ ਸੀ। ਤੇ ਉਹ ਕਵਿਤਾ ਸੀਗੀ ਜੀ ਪਹਿਲੀ ਮਾਂ ਦੀ ਚਿੱਠੀ। ਮਾਂ ਦੀ ਚਿੱਠੀ, ਕੀ ਬਾਤ ਹੈ ਜੀ। ਆਜੋ ਫਿਰ। ਸੋਹਣੇ ਵਤਨਾਂ ਤੋਂ ਕੱਲ ਚਿੱਠੀ ਅਮੜੀ ਦੀ ਆਈ, ਜਾਵੇ ਖੁਸ਼ੀ ਨਾ ਸੰਭਾਲੀ ਠੰਡ ਕਾਲਜੇ ਨੂੰ ਪਾਈ। ਕੀ ਬਾਤ ਹੈ। ਕਹਿੰਦਾ ਸੋਹਣੇ ਵਤਨਾਂ ਤੋਂ ਕੱਲ ਚਿੱਠੀ ਅਮੜੀ ਦੀ ਆਈ, ਜਾਵੇ ਖੁਸ਼ੀ ਨਾ ਸੰਭਾਲੀ ਠੰਡ ਕਾਲਜੇ ਨੂੰ ਪਾਈ। ਜਿਉਂ ਤਪਦੇ ਥਲਾਂ ਚ ਰਾਹੀ ਛਾਂ ਲੱਭਦਾ, ਫੇਰਾਂ ਵਤਨਾਂ ਦੀ ਚਿੱਠੀ ਵਿੱਚੋਂ ਮਾਂ ਲੱਭਦਾ। ਕੀ ਬਾਤ ਹੈ ਜੀ, ਵਾਹ। ਥੈਂਕ ਯੂ ਭਾਈ। ਕਹਿੰਦਾ ਚਿੱਠੀ ਆਖਦੀ ਵਿਛੋੜੇ ਵਾਲਾ, ਚਿੱਠੀ ਆਖਦੀ ਵਿਛੋੜੇ ਵਾਲਾ, ਦੁੱਖ ਦੱਸਾਂ ਕਿੰਜ ਖੋਲ ਕੇ, ਦੁਆਵਾਂ ਮੰਗੀਆਂ ਜੋ ਰੱਬ ਕੋਲੋਂ, ਦੱਸਾਂ ਕਿੰਜ ਬੋਲ ਕੇ। ਜਿੱਥੇ ਸੁਖੀਆਂ ਨਾ ਸੁੱਖਾਂ ਨਹੀਂ ਥਾਂ ਲੱਭਦਾ, ਫੇਰ ਵਤਨਾਂ ਦੀ ਚਿੱਠੀ ਵਿੱਚੋਂ ਮਾਂ ਲੱਭਦਾ। ਕੀ ਬਾਤ ਹੈ। ਹਾਂਜੀ। ਹੱਥੀ ਤੋੜ ਕੇ ਤੂੰ ਮਾਏ, ਮੁੜ ਕਦੇ ਵੀ ਨਾ ਹੱਸਿਆ। ਹੱਥੀ ਤੋੜ ਕੇ ਤੂੰ ਮਾਏ, ਮੁੜ ਕਦੇ ਵੀ ਨਾ ਹੱਸਿਆ। ਡੁੱਲੇ ਚਿੱਠੀ ਉੱਤੇ ਹੰਝੂਆਂ ਨੇ ਭੇਤ ਸਾਰਾ ਦੱਸਿਆ। ਕੀ ਬਾਤ ਹੈ ਜੀ, ਵਾਹ। ਤਾਂ ਹੀ ਆਖਦੇ ਨੇ ਦੂਜਾ ਰੂਪ ਮਾਂ ਰੱਬ ਦਾ, ਫਿਰ ਵਤਨਾਂ ਦੀ ਚਿੱਠੀ ਵਿੱਚੋਂ ਮਾਂ ਲੱਭਦਾ। ਕਹਿੰਦਾ ਮਾਂ ਬਣ ਕੇ ਤੂੰ ਵੇਖ, ਪੁੱਤ ਪਰਦੇਸੀ ਨਾਲੇ ਤੋਰ। ਮਾਂ ਬਣ ਕੇ ਤੂੰ ਵੇਖ, ਪੁੱਤ ਪਰਦੇਸੀ ਨਾਲੇ ਤੋਰ। ਦੁੱਖ ਪੁੱਤਾਂ ਦੇ ਵਿਛੋੜੇ ਨਾਲੋਂ ਕਿਹੜਾ ਵੱਧ ਰੱਬਾ ਹੋਰ। ਦਿਲ ਪੜ ਗੱਲਾਂ ਮੇਰਾ ਨਾਂ ਵੱਜਦਾ, ਫਿਰ ਵਤਨਾਂ ਦੀ ਚਿੱਠੀ ਵਿੱਚੋਂ ਮਾਂ ਲੱਭਦਾ। ਸਾਰੀ ਅੱਖਰਾਂ ਦੇ ਰਾਹੀਂ ਗੱਲ ਮਮਤਾ ਦੀ ਜਾਣੀ, ਸਾਰੀ ਅੱਖਰਾਂ ਦੇ ਰਾਹੀਂ ਗੱਲ ਮਮਤਾ ਦੀ ਜਾਣੀ। ਛੇਤੀ ਵਾਰ ਨਾ ਤੂੰ ਚਾਹੁੰਦੀ, ਮੇਰੇ ਸਿਰ ਉੱਤੋਂ ਪਾਣੀ। ਕੀ ਬਾਤ ਹੈ। ਛੋਟੀ ਭੈਣ ਦੇ ਹੁੰਦੇ ਸਿਹਰਾ ਮੇਰੇ ਨਾਂ ਸਜਦਾ। ਜਦੋਂ ਭੈਣ ਵਿਆਹਣ ਵਾਲੀ ਆ ਤੇ ਮਾਂ ਦੀਆਂ ਫੀਲਿੰਗ ਹੈਗੀਆਂ ਪੁੱਤ ਵਿਆਹਲਵਾਂ, ਪਰ ਭਰਾ ਸੋਚਦਾ ਵੀ ਮੈਂ ਕੁਝ ਕਮਾ ਕੇ ਪਹਿਲਾਂ ਭੈਣ ਨੂੰ ਵਿਆਹਾਂ। ਕਹਿੰਦਾ ਛੋਟੀ ਭੈਣ ਦੇ ਹੁੰਦੇ ਸਿਹਰਾ ਮੇਰੇ ਨਾਂ ਸਜਦਾ, ਫਿਰ ਵਤਨਾਂ ਦੀ ਚਿੱਠੀ ਵਿੱਚੋਂ ਮਾਂ ਲੱਭਦਾ। ਆਖਰੀ ਪੈਰਾ ਭਾਜੀ, ਕਹਿੰਦਾ ਰੱਖ ਹੌਸਲਾ ਤੂੰ ਮਾਏ, ਇਹੋ ਬਾਪੂ ਤਾਂ ਹੀ ਕਹਿਣਾ। ਰੱਖ ਹੌਸਲਾ ਤੂੰ ਮਾਏ, ਇਹੋ ਬਾਪੂ ਤਾਂ ਹੀ ਕਹਿਣਾ। ਕਿਤੇ ਭੁੱਲ ਹੀ ਨਾ ਜਾਣ ਮੇਰੇ ਵੀਰ ਅਤੇ ਭੈਣਾ। ਪਰਮਿੰਦਰ ਸਰਾਲੇ ਜਿਹੀ ਥਾਂ ਲੱਭਦਾ, ਪਰਮਿੰਦਰ ਜੂਕੇ ਵਿੱਚ ਸਰਾਲੇ ਜਿਹੀ ਥਾਂ ਲੱਭਦਾ, ਫਿਰ ਵਤਨਾਂ ਦੀ ਚਿੱਠੀ ਵਿੱਚੋਂ ਮਾਂ ਲੱਭਦਾ। ਕੀ ਬਾਤ ਹੈ। ਵਾਕਈ ਪਰਮਿੰਦਰ ਸਾਹਿਬ, ਜਦੋਂ ਤੁਸੀਂ ਗੱਲ ਕੀਤੀ ਵੀ ਉਸ ਵੇਲੇ ਜੋ ਚਿੱਠੀ ਆਉਂਦੀ ਸੀ ਵਤਨ ਤੋਂ, ਔਰ ਉਹਦੇ ਚ ਮਾਂ ਦਾ ਮਾਂ ਵੱਲੋਂ ਲਿਖਿਆ ਹੁੰਦਾ ਸੀ ਜੋ ਪਿਆਰ, ਉਹ ਚੀਜ਼ਾਂ ਅੱਜ ਕੱਲ ਨਹੀਂ ਰਹੀਆਂ। ਕਿਉਂਕਿ ਹੁਣ ਤਾਂ ਤੁਸੀਂ ਫੋਨ ਤੇ 1 ਮਿੰਟ 'ਚ ਗੱਲ ਕਰ ਲੈਂਦੇ ਹੋ ਉਹਨਾਂ ਨਾਲ, ਵੀਡੀਓ ਚੈਟ ਹੋ ਜਾਂਦੀ ਤੁਹਾਡੀ, ਗੱਲ ਤੁਸੀਂ ਗੱਲ ਕਰ ਸਕਦੇ ਹੋ। ਲੇਕਿਨ ਉਸ ਵੇਲੇ ਜਦੋਂ ਤੁਸੀਂ ਆਏ ਸੀ, ਜਿਹੜਾ ਵਕਤ ਸੀ ਉਹ ਬਾਕੀ ਚਿੱਠੀ ਇੱਕ ਤਾਂ ਚੱਲਦੀ ਸੀ, ਇੱਕ ਉਹਨੂੰ ਮਹੀਨਾ ਲੱਗ ਜਾਂਦਾ ਸੀ ਆਉਣ ਨੂੰ, ਔਰ ਫਿਰ ਜਦੋਂ ਆਉਂਦੀ ਸੀ ਜਿਹੜੀ ਉਹਦੀ ਖੁਸ਼ਬੂ ਸੀ ਨਾ, ਜਿੱਦਾਂ ਤੁਸੀਂ ਗੱਲ ਕੀਤੀ ਹੈ, ਉਹ ਆਪਾਂ ਨੂੰ ਆਪਣੇ ਵਤਨ ਦੀ ਯਾਦ ਦਿਵਾਉਂਦੀ ਹੁੰਦੀ ਸੀ ਉਸ ਵੇਲੇ। ਤੇ ਚਿੱਠੀ ਤੋਂ ਭਾਜੀ ਮੈਨੂੰ ਗੱਲ ਚਿੱਤੇ ਹੈਗੀ, ਜਦੋਂ ਅਸੀਂ ਇੰਡੀਆ 'ਚ ਹੁੰਦੇ ਸੀ ਨਾ ਜੀ, ਤੇ ਮੇਰੇ ਵੱਡੇ ਭਰਾ ਇੱਥੇ ਰਹਿੰਦੇ ਸੀਗੇ। ਹਾਂਜੀ। ਤੇ ਉਹ ਚਿੱਠੀ ਜਦੋਂ ਚਿੱਠੀਆਂ ਪਾਉਣੀਆਂ ਉਹਨੀ, ਤੇ ਸਾਡੀ ਤਾਈ ਹੋਣੀ ਕਹਿਣਾ ਪੜ੍ਹ ਕੇ ਸੁਣਾ ਚਿੱਠੀ। ਤੇ ਉਹਨੇ 2 ਹਫ਼ਤਿਆਂ ਬਾਅਦ ਜੇਬੀ ਚੋਂ ਚਿੱਠੀ ਕੱਢ ਕੇ ਫੇਰ ਕਹਿਣਾ ਪੜ੍ਹ ਕੇ ਸੁਣਾ। ਤੇ ਅਸੀਂ ਕਹਿਣਾ ਵੀ ਕਹਿਣਾ ਉਹਨਾਂ ਨੂੰ ਵੀ ਇਹ ਸੇਮ ਹੀ ਚਿੱਠੀ ਆ, ਵੀ ਇਹ ਚ ਕੀ ਆ, ਹਨਾ ਕੋਈ ਉਹੀ ਮੁੜ ਸਿੜੀ ਜਾਂਦੇ ਆ। ਪਰ ਉਹ ਮਾਂ ਨੂੰ ਫੀਲਿੰਗ ਸੀ ਵੀ ਮੇਰੇ ਪੁੱਤ ਜੀ ਜਦ ਤੱਕ ਦੂਜੀ ਚਿੱਠੀ ਨਹੀਂ ਸੀ ਆਉਂਦੀ, ਉਹ ਪਹਿਲੀ ਚਿੱਠੀ ਆਪਣੇ ਕੋਲ ਹੀ ਰੱਖਦੇ ਹੁੰਦੇ ਸੀ। ਉਹ ਜਿਹੜੀਆਂ ਫੀਲਿੰਗ ਉਸ ਟਾਈਮ ਤੇ ਸਾਨੂੰ ਸਮਝ ਨਹੀਂ ਸੀ ਆਈਆਂ। ਜਦੋਂ ਫਿਰ ਆਪ ਇੱਥੇ ਆਏ ਤੇ ਸਾਨੂੰ ਚਿੱਠੀਆਂ ਪਿੱਛੋਂ ਆਈਆਂ, ਫਿਰ ਉਹ ਫੀਲਿੰਗ ਸਮਝ ਆਈ ਕਿ ਕਿਉਂ ਸਾਡੀ ਤਾਈ
ਜਾਂ ਚਾਚੀ ਉਹ ਚਿੱਠੀ ਸਾਂਭ ਕੇ ਰੱਖਦੀਆਂ ਸੀਗੀਆਂ। ਕਿ ਜਦ ਤੱਕ ਤੁਸੀਂ ਚਿੱਠੀ ਨਹੀਂ ਆਉਂਦੀ ਸੀ ਉਹਨੂੰ ਪੜ੍ਹਦੇ ਹੁੰਦੇ ਉਹੀ ਪੜ੍ਹਦੇ ਸੀ, ਉਹ ਸਾਤੋਂ ਦੁਆਰਾ ਹਰ ਹਫ਼ਤੇ ਕੁ ਬਾਅਦ ਫੇਰ ਕਹਿ ਦੇਣਾ ਸੁਣਾ ਦਿਓ। ਕੀ ਬਾਤ ਹੈ ਜੀ, ਵਾਕਈ ਤਾਂ ਹੀ ਤਾਂ ਕਹਿੰਦੇ ਜਿਹੜਾ ਮਾਂ ਹੈ ਔਰ ਰੱਬ ਦਾ ਦੂਸਰਾ ਰੂਪ ਹੁੰਦੀ ਹੈ, ਕਿਉਂਕਿ ਮਾਂ ਹੀ ਇੱਕ ਐਸਾ ਰਿਸ਼ਤਾ ਹੈ ਜਿਹੜਾ ਕਿ ਬਿਲਕੁਲ ਪਵਿੱਤਰ ਸਾਫ਼ ਸੁਥਰਾ ਰਿਸ਼ਤਾ ਹੈ ਔਰ ਮਾਂ ਹੀ ਬੱਚੇ ਨੂੰ ਜ਼ਿਆਦਾ ਪਿਆਰ ਕਰਦੀ ਹੈ, ਇਸ ਗੱਲ ਨੂੰ ਆਪਾਂ ਇਨਕਾਰ ਨਹੀਂ ਕਰ ਸਕਦੇ। ਪਰਮਿੰਦਰ ਸਾਹਿਬ, ਹੋਰ ਕੀ ਅੱਜ ਸਾਡੇ ਦਰਸ਼ਕਾਂ ਵਾਸਤੇ ਲੈ ਕੇ ਆਓ, ਕਿਉਂਕਿ ਤੁਸੀਂ ਵੱਖ-ਵੱਖ ਵਿਸ਼ਿਆਂ ਤੇ ਲਿਖਦੇ ਵੀ ਹੋ। ਹਾਂਜੀ। ਔਰ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਗੀਤ ਦਾ, ਗਜ਼ਲ ਦਾ, ਤੇ ਅੱਜ ਹੋਰ ਕੀ ਸਾਡੇ ਦਰਸ਼ਕਾਂ ਨੂੰ ਸੁਣਾਉਣਾ ਚਾਹੋਗੇ? ਇੱਕ ਭਾਜੀ ਜਿਹੜੀ ਆਪਣੇ ਸਮਾਜ ਦੇ ਵਿੱਚ ਹੁਣ ਤਾਂ ਚਲੋ ਬਹੁਤ ਅਵੇਅਰਨੈਸ ਆ ਗਈ ਆ ਜੀ, ਤੇ ਜਿਹੜਾ ਧੀਆਂ ਨੂੰ ਕੁੱਖ ਵਿੱਚ ਮਾਰਨ ਵਾਲਾ ਭਰੂਣ ਹੱਤਿਆ ਜਿਹਨੂੰ ਕਹਿੰਦੇ ਆ, ਤਾਂ ਕਿਸੇ ਟਾਈਮ ਤੇ ਜੇ ਨਾ ਰੁਕੇ ਤਾਂ ਆਪਾਂ ਨੂੰ ਇਹਦਾ ਬਹੁਤ ਖਮਿਆਜਾ ਭੁਗਤਣਾ ਪਊਗਾ। ਵਾਕਈ। ਤੇ ਉਹਦੇ ਬਾਰੇ ਕਵਿਤਾ ਹੈ ਜੀ, ਇਰਸ਼ਾਦ ਜੀ। ਕਹਿੰਦਾ ਉਹ ਧੀ ਜਿਹੜਾ ਪ੍ਰਮਾਤਮਾ ਨੂੰ ਅਲਾਂਭਾ ਦਿੰਦੀ ਆ ਜੀ, ਕਹਿੰਦੀ ਤੇਰੀ ਭੇਜੀ ਹੋਈ ਮੈਂ ਰੱਬਾ ਜੱਗ ਵਿੱਚ ਆਉਂਦੀ ਹਾਂ, ਤੇਰੀ ਭੇਜੀ ਹੋਈ ਮੈਂ ਰੱਬਾ ਜੱਗ ਵਿੱਚ ਆਉਂਦੀ ਹਾਂ, ਨੰਨੀ ਜਾਨ ਹਾਂ ਫਿਰ ਵੀ ਕਿਉਂ ਪੱਥਰ ਕਹਾਉਂਦੀ ਹਾਂ, ਕਿੱਥੋਂ ਆ ਗਈ ਘਰ ਸਾਡੇ ਖਸਮਾ ਖਾਣੀ ਕਹਿੰਦੇ ਨੇ, ਜੰਮਦੇ ਸਾਰ ਹੀ ਮੈਨੂੰ ਕਿਉਂ ਮਰ ਜਾਣੀ ਕਹਿੰਦੇ ਨੇ। ਕੀ ਬਾਤ ਸੀ, ਵਾਹ। ਸਾਰੀ ਉਮਰ ਹੀ ਮਾਪਿਆਂ ਦੀ ਸਦਾ ਸੁੱਖ ਮਨਾਉਂਦੀ ਹਾਂ, ਸਾਰੀ ਉਮਰ ਹੀ ਮਾਪਿਆਂ ਦੀ ਸਦਾ ਸੁੱਖ ਮਨਾਉਂਦੀ ਹਾਂ, ਤੱਤੀ ਵਾਹ ਨਾ ਲੱਗੇ ਵੀਰਾਂ ਨੂੰ ਗੁਰੂ ਪੀਰ ਤੇ ਆਉਂਦੀ ਹਾਂ, ਗੁਰੂ ਪੀਰ ਤੇ ਆਉਂਦੀ ਆ। ਖੌਰੇ ਫਿਰ ਵੀ ਕਿਉਂ ਜੱਗੋਂ ਜਾਣੀ ਕਹਿੰਦੇ ਨੇ, ਜੰਮਦੇ ਸਾਰ ਹੀ ਮੈਨੂੰ ਕਿਉਂ ਮਰ ਜਾਣੀ ਕਹਿੰਦੇ ਨੇ। ਕੀ ਬਾਤ। ਕਹਿੰਦੇ ਪੁੱਤਾਂ ਦੀ ਹੋਵੇ ਜੋੜੀ ਭਾਵੇਂ, ਪੁੱਤਾਂ ਦੀ ਹੋਵੇ ਜੋੜੀ ਭਾਵੇਂ, ਤਾਂ ਵੀ ਥੋੜੇ ਲੱਗਦੇ ਨੇ, ਸਮਝ ਰਤਾ ਨਾ ਆਉਂਦੀ ਰੱਬਾ ਰਵਾਜ ਕੀ ਜਗਦੇ ਨੇ। ਕੀ ਬਾਤ। ਧੀਆਂ ਜੰਮਣ ਤੇ ਰੱਬ ਨੇ ਕੀਤੀ ਵੰਡ ਕਾਣੀ ਕਹਿੰਦੇ ਨੇ, ਜੰਮਦੇ ਸਾਰ ਹੀ ਮੈਨੂੰ ਕਿਉਂ ਮਰ ਜਾਣੀ ਕਹਿੰਦੇ ਨੇ। ਕਹਿੰਦਾ ਖੋਲਿਆ ਹੱਕ ਜੀਣੇ ਦਾ ਸਾਡਾ ਸਾਇੰਸ ਤਰੱਕੀਆਂ ਨੇ। ਐਕਚੁਅਲੀ ਸਾਇੰਸ ਤੇ ਜਿਹੜਾ ਆਪਾਂ ਮਿਸਯੂਜ਼ ਕਰਦੇ ਆ ਸਾਇੰਸ ਨੂੰ, ਉਹਦੀ ਉਹ ਗਲਤ ਤਾਂ ਉਹ ਆ ਨਾ। ਹਾਂਜੀ ਹਾਂਜੀ। ਕਹਿੰਦਾ ਖੋਲਿਆ ਹੱਕ ਜੀਣੇ ਦਾ ਸਾਡਾ ਸਾਇੰਸ ਤਰੱਕੀਆਂ ਨੇ, ਰੱਬਾ ਕਦ ਫੜੇਗਾ ਬਾਹ ਸਾਡੀ ਤੇਰੇ ਤੇ ਆਸਾਂ ਰੱਖੀਆਂ ਨੇ, ਸਿੱਧੂ ਜਿਹੇ ਬਿਰਲੇ ਹੀ ਧੀ ਰਾਣੀ ਕਹਿੰਦੇ ਨੇ, ਜੰਮਦੇ ਸਾਰ ਹੀ ਮੈਨੂੰ ਕਿਉਂ ਮਰ ਜਾਣੀ ਕਹਿੰਦੇ ਨੇ। ਆਖਰੀ ਪੈ ਜਾ, ਕਹਿੰਦਾ ਕੁੱਖ ਚ ਮਾਰ ਕੇ ਧੀਆਂ ਕਰਦੇ ਡਾਕਟਰ ਕੰਮ ਸ਼ੈਤਾਨਾਂ ਦਾ, ਕੁੱਖ ਚ ਮਾਰ ਕੇ ਧੀਆਂ ਕਰਦੇ ਡਾਕਟਰ ਕੰਮ ਸ਼ੈਤਾਨਾਂ। ਹਾਂ, ਕੁੱਖ ਚ ਮਾਰ ਕੇ ਧੀਆਂ ਕਰਦੇ ਡਾਕਟਰ ਕੰਮ ਸ਼ੈਤਾਨਾਂ ਦਾ, ਕਿੰਜ ਕਸੂਰ ਤੋਂ ਬਖਸ਼ ਦੇਵੇਂ ਪਰਮਿੰਦਰ ਜਿਹੇ ਬੇਈਮਾਨਾਂ ਦਾ, ਸੂਝਵਾਨ ਸਿਰ ਤੋਂ ਲੰਘਿਆ ਪਾਣੀ ਕਹਿੰਦੇ ਨੇ, ਜੰਮਦੇ ਸਾਰ ਹੀ ਮੈਨੂੰ ਕਿਉਂ ਮਰ ਜਾਣੀ ਕਹਿੰਦੇ ਨੇ। ਕੀ ਬਾਤ ਹੈ, ਵਾਕਈ। ਪਰਮਿੰਦਰ ਜੀ, ਵਾਕਈ ਬਹੁਤ ਵਧੀਆ ਲਿਖਿਆ ਤੁਸੀਂ। ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਵੀ ਅਸੀਂ ਬਹੁਤ ਪੜ੍ਹੇ ਲਿਖੇ ਹੋ ਗਏ ਹਾਂ, ਔਰ ਦੂਸਰੇ ਪਾਸੇ ਅਸੀਂ ਇਸ ਤਰ੍ਹਾਂ ਦੇ ਜਿਹੜੇ ਘਰੋਂ ਪਾਪ ਆ ਉਹ ਵੀ ਕਰ ਰਹੇ ਹਾਂ, ਜਿਹਨੂੰ ਭਰੂਣ ਹੱਤਿਆ ਆਪਾਂ ਕਹਿੰਦੇ ਆ। ਔਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਜੇ ਅਸੀਂ ਇਸ ਗੱਲ ਨੂੰ ਨਾ ਅਵੇਅਰ ਹੋਏ ਇਸ ਗੱਲ ਨੂੰ ਲੈ ਕੇ, ਤਾਂ ਆਉਣ ਵਾਲੇ ਸਮੇਂ 'ਚ ਅਸੀਂ ਮੁੰਡੇ ਕਿੱਥੇ ਵਿਆਹਾਂਗੇ। ਹਾਂਜੀ, ਠੀਕ ਹੈ ਨਾ। ਪਰਿਵਾਰ ਕਿੱਥੋਂ ਚੱਲਦਾ, ਇੱਕ ਧੀਆਂ ਤੋਂ ਚੱਲਦਾ ਹੈ, ਔਰ ਮਾਂ ਵੀ ਇੱਕ ਧੀ ਹੀ ਬਣਦੀ ਹੈ। ਹਾਂਜੀ, ਠੀਕ ਹੈ। ਸੋ ਜੇ ਆਪਾਂ ਮਾਂ ਨੂੰ ਰੱਬ ਦਾ ਰੂਪ ਮੰਨਦੇ ਆ ਤਾਂ ਧੀ ਵੀ ਤਾਂ ਉੱਥੇ ਹੀ ਆ। ਹਾਂਜੀ, ਉਹਨੇ ਵੀ ਬਾਅਦ ਚ ਮਾਂ ਹੀ ਬਣਨਾ। ਹਾਂਜੀ। ਸੋ ਜੇ ਅਸੀਂ ਆਪਣੇ ਕਹਿੰਦੇ ਮੁੰਡੇ ਆਣ, ਲੇਕਿਨ ਅਸੀਂ ਇਹ ਕਹੀ ਵੀ ਮੁੰਡੇ ਵੀ ਆਉਗੇ ਕਿੱਥੋਂ ਜੇ ਤੁਸੀਂ ਧੀਆਂ ਨਹੀਂ ਜੰਮਣਾ। ਹਾਂਜੀ, ਤੇ ਮੁੰਡੇ ਇੱਕ ਹੋਰ ਕਵਿਤਾ ਦੇ ਵਿੱਚ ਮੈਂ ਲਿਖਿਆ ਸੀਗਾ ਇਸੇ ਬਾਰੇ ਵੀ, ਤੇ ਮੁੜ ਕੇ ਸਿਹਰੇ ਬਣ ਕੇ ਕਿਹਦੇ ਘਰ ਟੁਕੋਗੇ। ਵਾਹ। ਹਾਂਜੀ। ਜੇ ਤੁਹਾਨੂੰ ਯਾਦ ਹੈ, ਮੈਂ ਕਹਾਂਗਾ ਤੁਸੀਂ ਉਹ ਵੀ ਕਵਿਤਾ ਸਾਡੇ ਨਾਲ ਸਾਂਝੀ ਕਰ ਲਓ। ਉਹ ਭਾਈ ਯਾਦ ਨਹੀਂ, ਲੰਬੀ ਹੈ ਜਿੱਦਾਂ ਉਹ ਵੀ। ਉਹ ਤੇ ਗੱਲਾਂ ਚੋਂ ਗੱਲ ਆ ਗਈ ਸੀ ਚੇਤੇ। ਹਾਂਜੀ ਹਾਂਜੀ। ਤੇ ਵੀ ਆਪਾਂ ਉਹੀ ਵੀ ਗੱਲ ਆ ਗਈ ਵੀ ਮੁੜ ਕੇ ਆਪਾਂ ਨੂੰ ਇਹ ਔਖਾ ਹੋ ਜਾਣਾ। ਜੀ ਜੀ ਜੀ। ਪਿਆਰੇ ਦਰਸ਼ਕੋ, ਮੈਂ ਦੱਸ ਦਵਾਂ ਵੀ ਗੱਲਾਂ ਸਾਡੀਆਂ ਇੱਥੇ ਚੱਲਦੀ ਰਹਿਣੀਆਂ। ਆਪਾਂ ਪਰਮਿੰਦਰ ਜੀ ਹੋਣਾ ਤੋਂ ਜਿਹੜੇ ਕਵਿਤਾ ਇਹਨਾਂ ਦੀਆਂ ਜਾਂ ਗਜ਼ਲ ਜਾਂ ਗੀਤ ਆਪਾਂ ਸੁਣਦੇ ਰਵਾਂਗੇ, ਲੇਕਿਨ ਸਾਡੀ ਕਾਲ ਲਾਈਨਸ ਹੈ, ਤੁਹਾਨੂੰ ਪਤਾ ਹੈ 01212895,000। ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਇਸ ਪ੍ਰੋਗਰਾਮ 'ਚ ਸਾਂਝ ਪਾ ਸਕਦੇ ਹੋ, ਔਰ ਪਰਮਿੰਦਰ ਜੀ ਹੋਣਾ ਦੀ ਜਿਹੜੀ ਕਵਿਤਾਵਾਂ ਉਹਦੇ ਬਾਰੇ ਵੀ ਤੁਸੀਂ ਗੱਲਬਾਤ ਸਾਡੇ ਨਾਲ ਕਰ ਸਕਦੇ ਹੋ। ਪਰਮਿੰਦਰ ਜੀ, ਆਪਾਂ ਗੱਲ ਕਰ ਰਹੇ ਸੀ ਬਾਹਰ ਬੈਠੇ ਜਦੋਂ ਵੀ ਸੱਸੀ ਪੁੰਨੂ ਬਾਰੇ ਜਾਂ ਆਪਣੇ ਸੱਭਿਆਚਾਰ ਬਾਰੇ ਵੀ ਕਈ ਗੱਲਾਂ ਹੋਈਆਂ, ਔਰ ਤੁਸੀਂ ਉਹਦੇ ਵਿੱਚ ਜ਼ਿਕਰ ਕੀਤਾ ਸੀ ਕਿ ਜਿਹੜੇ ਆਪਣੇ ਕਵੀ ਵੀਰ ਨੇ ਜਾਂ ਲੇਖਕ ਨੇ ਉਹ ਸੱਸੀ ਪੁੰਨੂ ਨੂੰ ਲੈ ਕੇ ਲਿਖਦੇ ਨੇ ਜਾਂ ਹੀਰ ਨੂੰ ਲੈ ਕੇ ਲਿਖਦੇ, ਮਿਰਜ਼ੇ ਨੂੰ ਲੈ ਕੇ ਲਿਖਦੇ ਨੇ, ਪਰ ਬਾਕੀ ਜਿਹੜੇ ਉਹਨਾਂ ਦੇ ਨਾਲ ਘਟੀਆਂ ਜਿਹੜੀ ਗੱਲਾਂ ਸੀ ਉਹਨਾਂ ਨੂੰ ਕਿਉਂ ਨਹੀਂ ਲਿਖਦੇ। ਮੈਂ ਚਾਹਾਂਗਾ ਤੁਸੀਂ ਆਪਣੀ ਜ਼ੁਬਾਨੀ ਸਾਡੇ ਨਾਲ ਇਸ ਜਿਹੜਾ ਜ਼ਿਕਰ ਸੀ ਉਹਨੂੰ ਸਾਂਝਾ ਕਰੋ। ਹਾਂਜੀ, ਇਹ ਭਾਜੀ ਇੱਕ ਵਾਰੀ ਦਿਮਾਗ 'ਚ ਜਿੱਦਾਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦੇਣੇ ਆ ਜੀ, ਗੁਰੂ ਅਰਜਨ ਦੇਵ ਜੀ। ਹਾਂਜੀ, 2 ਹਫ਼ਤੇ ਹੋਏ ਲੰਘ ਕੇ ਹਟਿਆ। ਹਾਂਜੀ, ਤੇ ਕੁਝ ਚਿਰ ਪਹਿਲਾਂ ਮੈਂ ਉਦੋਂ ਕਵਿਤਾ ਇੱਕ ਦਿਮਾਗ 'ਚ ਆਈ ਸੀਗੀ, ਤੇ ਮੈਂ ਆਪਣੇ ਆਪ ਨੂੰ ਐਕਚੁਅਲੀ
ਲਿਖਿਆ ਸੀਗਾ ਜੀ ਵੀ ਇੰਨੇ ਸਾਲ ਹੋ ਗਏ ਵੀ ਮੇਰੇ ਪਹਿਲਾਂ ਕਿਉਂ ਨਹੀਂ ਇਹ ਦਿਮਾਗ ਦੇ ਵਿੱਚ ਗੱਲ ਆਈ। ਜੀ ਤੇ ਉਹ ਫਿਰ ਮੈਂ ਆਪਣੇ ਜਿੱਦਾਂ ਬਾਕੀ ਰਾਈਟਰ ਵੀਰਾਂ ਨਾਲ ਸਾਂਝੀ ਕਰਨੀ ਚਾਹੀ ਸੀ, ਤੇ ਫਿਰ ਉਹ ਲਿਖਿਆ ਸੀਗਾ ਵੀ ਜਿੱਦਾਂ ਕਹਿੰਦੇ ਤੱਤੇ ਰੇਤ ਵਿੱਚ ਸੜ ਗਈ ਹਾਂ ਰੇਤਾ ਸਭ ਨੂੰ ਚੇਤਾ ਸਭ ਨੂੰ ਸੱਸੀ ਦਾ, ਤੱਤੇ ਰੇਤ ਵਿੱਚ ਸੜ ਗਈ ਚੇਤਾ ਸਭ ਨੂੰ ਸੱਸੀ ਦਾ। ਤੱਤੀ ਤਵੀ ਦਾ ਚੇਤਾ ਨਹੀਂ ਉਹ ਰੇਤ ਵੀ ਤੱਤੀ ਦਾ, ਆਹਾ ਤੱਤੀ ਰੇਤ ਵਿੱਚ ਸੜ ਗਈ ਚੇਤਾ ਸਭ ਨੂੰ ਸੱਸੀ ਦਾ, ਕੀ ਬਾਤ। ਤੱਤੀ ਤਵੀ ਦਾ ਚੇਤਾ ਨਹੀਂ ਉਹ ਰੇਤ ਵੀ ਤੱਤੀ ਦਾ, ਕੀਤਾ ਕਿੰਜ ਸ਼ਹੀਦ ਜ਼ਾਲਮਾਂ ਸ਼ਹੀਦਾਂ ਦੇ ਸਰਤਾਜ ਨੂੰ, ਕਿਉਂ ਨਹੀਂ ਤੁਸੀਂ ਲਿਖਦੇ ਵੀਰੋ ਐਸੇ ਇਤਿਹਾਸ ਨੂੰ। ਐਸੇ ਇਤਿਹਾਸ ਨੂੰ, ਵਾਹ ਹਾਂਜੀ ਕੀ ਬਾਤ। ਕਹਿੰਦੇ ਮਹੀਵਾਲ ਦਾ ਚੇਤਾ ਹੈ ਜਿਹਨੇ ਪੱਟ ਚਰਵਾਇਆ ਸੀ, ਮਹੀਵਾਲ ਦਾ ਚੇਤਾ ਹੈ ਜਿਹਨੇ ਪੱਟ ਚਰਵਾਇਆ ਸੀ, ਬਿਰਲਾ ਹੀ ਜਾਣੇ ਜਿਹਨੇ ਬੰਦ ਕਟਵਾਇਆ ਸੀ। ਵਾਹ ਜੀ ਵਾਹ, ਵਾਹ ਥੈਂਕ ਯੂ ਵੈਰੀ। ਭਾਈ ਮਨੀ ਸਿੰਘ ਰੱਖਿਆ ਧਰਮ ਦੀ ਲਾਜ ਨੂੰ, ਕਿਉਂ ਨਹੀਂ ਤੁਸੀਂ ਲਿਖਦੇ ਵੀਰੋ ਐਸੇ ਇਤਿਹਾਸ ਨੂੰ। ਕੀ ਬਾਤ, ਕੀ ਬਾਤ ਹੈ ਜੀ। ਜੰਡ ਉਹ ਯਾਦ ਸਭ ਨੂੰ ਜਿੱਥੇ ਮਿਰਜ਼ਾ ਮਾਰਿਆ ਸੀ, ਜੰਡ ਉਹ ਯਾਦ ਸਭ ਨੂੰ ਜਿੱਥੇ ਮਿਰਜ਼ਾ ਮਾਰਿਆ ਸੀ, ਭੁੱਲੇ ਜੰਡ ਨਨਕਾਣੇ ਵਾਲਾ ਸਿੰਘਾਂ ਨੂੰ ਬੰਨ ਕੇ ਸਾੜਿਆ ਸੀ। ਕੀ ਬਾਤ। ਜੰਡ ਉਹ ਯਾਦ ਸਭ ਨੂੰ ਜਿੱਥੇ ਮਿਰਜ਼ਾ ਮਾਰਿਆ ਸੀ, ਭੁੱਲੇ ਜੰਡ ਨਨਕਾਣੇ ਵਾਲਾ ਸਿੰਘਾਂ ਨੂੰ ਬੰਨ ਕੇ ਸਾੜਿਆ ਸੀ, ਸਿੱਖੀ ਸਿਦਕ ਅੱਗੇ ਪਿਆ ਝੁਕਣਾ ਨਰੈਣੂ ਜਲਾਦ ਨੂੰ, ਕਿਉਂ ਨਹੀਂ ਤੁਸੀਂ ਲਿਖਦੇ ਵੀਰੋ ਐਸੇ ਇਤਿਹਾਸ ਨੂੰ। ਕੀ ਬਾਤ ਹੈ ਜੀ, ਵਾਹ। ਚਨਾਬ ਵਿੱਚ ਡੁੱਬੀ ਸੋਹਣੀ, ਚਨਾਬ ਵਿੱਚ ਡੁੱਬੀ ਸੋਹਣੀ ਤੁਸੀਂ ਗੀਤ ਬਣਾ ਦਿੱਤੇ, ਚਨਾਬ ਵਿੱਚ ਡੁੱਬੀ ਸੋਹਣੀ ਤੁਸੀਂ ਗੀਤ ਬਣਾ ਦਿੱਤੇ, ਸਿੰਘ ਸਾਸਾ ਵਿੱਚ ਰੁੜ ਗਏ ਖੋਰੇ ਕਿਉਂ ਭੁਲਾ ਦਿੱਤੇ। ਕੀ ਬਾਤ ਹੈ। ਸੀ ਵਿਛੜਿਆ ਪਰਿਵਾਰ ਗੁਰਾਂ ਦਾ ਉਸ ਰਾਤ ਨੂੰ, ਕਿਉਂ ਨਹੀਂ ਤੁਸੀਂ ਲਿਖਦੇ ਵੀਰੋ ਐਸੇ ਇਤਿਹਾਸ ਨੂੰ। ਕਹਿੰਦਾ ਮੰਨਿਆ ਕਿ ਲਿਖਣਾ ਪੈਂਦਾ, ਮੰਨਿਆ ਕਿ ਲਿਖਣਾ ਪੈਂਦਾ ਪਰਮਿੰਦਰਾ ਇਤਿਹਾਸ ਖੋਜ ਕੇ, ਬੜੇ ਹੀ ਲਿਖਣੇ ਸੌਖੇ ਕਿੱਸੇ ਨਿਤ ਨਵੇਂ ਰੋਜ਼ ਦੇ। ਕੀ ਬਾਤ ਹੈ ਜੀ। ਹਾਂਜੀ ਆ ਜਿਹੜੇ ਇਸ਼ਕ ਮਸ਼ੂਕੀ ਪਿਆਰ ਵਾਲੇ ਤਾਂ ਸੌਖਾ ਹੈ ਨਾ ਜੀ ਜੀ ਜੀ। ਤੇ ਇਤਿਹਾਸ ਲਿਖਣ ਲਈ ਵੀ ਤੁਹਾਨੂੰ ਖੋਜ ਕਰਨੀ ਪੈਂਦੀ, ਕਿਉਂਕਿ ਤੁਸੀਂ ਕੁਝ ਮਨੋਂ ਨਹੀਂ ਲਿਖ ਸਕਦੇ ਜੀ। ਵਾਕਈ ਕਹਿੰਦਾ ਮੰਨਿਆ ਕਿ ਲਿਖਣਾ ਪੈਂਦਾ ਪਰਮਿੰਦਰਾ ਇਤਿਹਾਸ ਖੋਜ ਕੇ, ਬੜੇ ਹੀ ਲਿਖਣੇ ਸੌਖੇ ਕਿੱਸੇ ਨਿਤ ਨਵੇਂ ਰੋਜ਼ ਦੇ, ਕੋਈ ਬਿਰਲਾ ਹੀ ਪਾਉਂਦਾ ਹੈ ਐਸੇ ਕਾਜ ਨੂੰ, ਕੋਈ ਬਿਰਲਾ ਹੀ ਪਾਉਂਦਾ ਤਾਂ ਐਸੇ ਕਾਜ ਨੂੰ, ਕਿਉਂ ਨਹੀਂ ਤੁਸੀਂ ਲਿਖਦੇ ਵੀਰੋ ਐਸੇ ਇਤਿਹਾਸ ਨੂੰ। ਕੀ ਬਾਤ ਹੈ। ਵਾਕਈ ਬਰਿੰਦਰ ਸਾਹਿਬ ਬਹੁਤ ਵਧੀਆ ਸੋਚ ਨਾਲ ਤੁਸੀਂ ਇਹ ਲਿਖਿਆ, ਕਿਉਂਕਿ ਅਸੀਂ ਜਿਹੜਾ ਆਪਣਾ ਇਤਿਹਾਸ ਹੈ ਹਾਂਜੀ ਉਹਨੂੰ ਵੀ ਠੀਕ ਹੈ, ਸਾਡਾ ਸੱਭਿਆਚਾਰ ਦੇ ਨਾਲ ਜੋ ਗੱਲਾਂ ਚੱਲਦੀਆਂ, ਲੇਕਿਨ ਸਾਡਾ ਜਿਹੜਾ ਇਤਿਹਾਸ ਹੈ ਉਹ ਵੀ ਲਿਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਅਸੀਂ ਉਸ ਚੀਜ਼ ਨੂੰ ਨਹੀਂ ਲਿਖਾਂਗੇ ਤਾਂ ਫਿਰ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਹੈ ਉਹ ਕੀ ਸੁਣੂਗੀ, ਉਹ ਕੀ ਪੜ੍ਹੂਗੀ। ਹਾਂਜੀ ਇਸ ਕਰਕੇ ਆਪਣੇ ਇਤਿਹਾਸ ਨੂੰ ਲਿਖਣਾ ਵੀ ਜ਼ਰੂਰੀ ਹੈ। ਬਹੁਤ ਵਧੀਆ ਤੁਸੀਂ ਤਰੀਕੇ ਨਾਲ ਆਪਣੀ ਇਸ ਕਵਿਤਾ ਨੂੰ ਸਾਡੇ ਨਾਲ ਸਾਂਝਾ ਕੀਤਾ, ਕਿਉਂਕਿ ਜੇ ਸਾਡੇ ਵੱਡੇ ਵਡੇਰੇ ਇਹ ਇਤਿਹਾਸ ਨੂੰ ਨਾ ਲਿਖਦੇ ਅਸੀਂ ਸਾਡੇ ਤੱਕ ਨਹੀਂ ਸੀ ਪਹੁੰਚਣਾ। ਜੀ ਜੀ ਜੀ। ਤੇ ਜੇ ਹੁਣ ਚਲੋ ਆਪਾਂ ਤਾਂ ਨਹੀਂ ਇੰਨੇ ਜੋਗੇ, ਜਿਹੜੇ ਵੱਡੇ ਰਾਈਟਰ ਹੈਗੇ ਆ ਬਹੁਤ ਜਿੱਦਾਂ ਖੋਜ ਵਾਲੇ ਆ ਉਹ ਲਿਖਣ ਤਾਂ ਵਧੀਆ ਹੈ, ਜਿੱਦਾਂ ਗਾਂ ਦੀ ਪੀੜ੍ਹੀ ਨੂੰ ਉਹ ਪਹੁੰਚ ਸਕਦਾ। ਜੀ ਜੀ ਜੀ। ਪਰਵਿੰਦਰ ਜੀ ਕਾਲ ਆ ਗਈ, ਆਪਾਂ ਕਾਲ ਲੈ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। हेलो हाँ जी सत श्री अकाल जी। कौन बोल रहे हो जी? हाँ जी सत श्री अकाल जी। जी आया नो ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਬਹੁਤ ਵਧੀਆ ਤੁਸੀਂ ਬੈਠੇ ਵੀਰ ਜੀ। ਥੈਂਕ ਯੂ ਜੀ ਥੈਂਕ ਯੂ। ਸੀ ਗੱਲ ਕੀਤੀ ਬਹੁਤ ਕੁਝ ਜੀ। हाँ जी ਮੇਰੇ ਮੰਮੀ ਕਿੰਨਾ ਮੈਂ ਤੇ ਰੈਲੀ ਤੇ ਜਦੋਂ ਚੰਗੀ ਵਾਰ ਪੜ੍ਹਦੇ ਸੀ ਜੀ, ਤੇ ਇਹ ਪੁਰਾਣੀਆਂ ਯਾਦਾਂ ਹਨ ਤੇ ਬਹੁਤ ਸੋਹਣਾ ਤੁਸੀਂ ਲੈਂਦੇ ਆ। ਤੇ ਮੈਂ ਛੋਟੀ ਜਿਹੀ ਕਰਤਾ ਕਰਨੀ ਹੈ, ਮੈਂ ਕੁਝ ਵੀ ਕਰਦੀ ਹਾਂ। ਆ ਜਾਓ ਤੇ ਚਿੱਠੀ ਵਿੱਚੋਂ ਮਾਈ ਕਸ਼ਪੋਆ ਆਉਂਦੀਆਂ, ਤੇ ਚਿੱਠੀ ਵਿੱਚੋਂ ਮਾਈ ਕਸ਼ਪੋਆ ਆਉਂਦੀਆਂ, ਜੋ ਤੁਮ ਚੁੱਪ ਚੁੱਪੀਆਂ ਸੀ ਹੋਈਆਂ, ਉਹ ਲੋਰੀਆਂ ਮਾਈ ਸਾਨੂੰ ਯਾਦ ਆਉਂ, ਉਹ ਲੋਰੀਆਂ ਮਾਈ ਸਾਨੂੰ ਯਾਦ ਆਉਂ। ਕੀ ਬਾਤ ਹੈ। ਸਾਨੂੰ ਬਾਹਾਂ ਗੋਲ ਦੁੱਖ ਗੋਲ ਗੋਲ ਨਾਲੇ ਉੱਚੀ ਹੱਸਣਾ ਤੇ ਲੋਰੀਆਂ, ਤੇਰੇ ਹੱਸ ਪੱਤੀਆਂ ਲਾਈਆਂ ਸਾਨੂੰ ਮਨ ਆਪਣੇ ਨਹੀਂ ਲੜ, ਤੇਰੀ ਚਿੱਠੀ ਛੁਪਾਉਂਦੀਆਂ ਜੋ ਕਿ ਚੁੱਕ ਕੇ ਅਸੀਂ ਰੋਈਆਂ, ਉਹ ਲੋਰੀਆਂ ਨਾਲ ਸਾਨੂੰ ਯਾਦ ਆਉਂਦੀਆਂ। ਸਾਡਾ ਮੇਰੇ ਕਿੰਨਾ ਤੇ ਉੱਚੀ ਰਵਾ तेरा वार का अपना ते चुप करो कहना। क्या बात है।
ਤੇਰੇ ਪਿਆਰ ਭਰੀਆਂ ਨਜ਼ਰਾਂ ਉਹ ਨਜ਼ਰਾਂ ਨਾਲ ਤਨ ਯਾਦ ਆਉਂਦੀਆਂ ਤੇਰੀ ਚਿੱਠੀ ਵਿੱਚ ਮੱਤ ਖੁਸ਼ਬੂਆਂ ਤੇ ਚੁੱਪ ਚੁੱਪ ਤੇਰੀਆਂ ਤੀਆਂ ਮਾਇਲ ਆਉਂਦੀਆਂ ਤੇਰਾ ਰੋਟੀ ਨੂੰ ਪਕਾਣਾ ਸਾਡਾ ਕੋਲ ਤੇ ਹੀ ਰਹਿਣਾ ਇਸਾ ਥੋੜਾ ਜਿਹਾ ਅੱਖਾਂ ਲੈ ਕੇ ਕਿਆ ਪਾਣਾ ਉਹ ਮਿੱਟੀ ਨੂੰ ਹੱਥ ਦੀਆਂ ਚਿੜੀਆਂ ਉਹ ਸਾਰੇ ਦਿਨ ਦੇ ਨਾਲ ਯਾਦ ਆਉਂਦੀਆਂ ਤੇ ਚਿੱਠੀ ਵਿੱਚ ਪੱਤ ਕੇ ਸ਼ੁਆਉਂਦੀਆਂ ਤੇ ਚੁੱਕ ਚੁੱਕ ਦੀਆਂ ਤੀਆਂ ਇਹ ਮਾਇਆਂ ਆਉਂਦੀਆਂ ਕੀ ਬਾਤ ਹੈ ਜੀ, ਵਾਹ। ਜਦੋਂ ਲੱਗੇ ਸਾਨੂੰ ਪੱਕ ਤੇਰਾ ਸੂਰਜ ਟੁੱਟਣਾ ਜਦੋਂ ਲੱਗੇ ਸਾਨੂੰ ਪੱਕ ਤੇਰਾ ਸੂਰਜ ਕੱਟ ਦੇਣਾ ਨਾਲੇ ਭਰ ਕੇ ਸਾਨੂੰ ਬਦਲ ਆਈਏ ਕੰਮ ਆਪਣੇ ਭੁੱਖ ਲੱਗ ਆਈਏ ਕੰਮ ਭੁੱਖ ਲੱਗਦੀ ਉਹ ਕੁੜੀਆਂ ਨੂੰ ਯਾਦ ਉਹਨਾਂ ਨੇ ਜੈਸੇ ਯਾਂ ਤੇਰੀ ਕਮਾਈ ਗਈ ਹਾਂ ਜੋ ਵੀ ਇੱਕ ਜਾਂ ਫਿਰ ਹੋਏਗਾ ਬੜੀਆਂ ਮਾਈ ਅੱਜ ਮੰਮੀ ਦਾ ਮੇਰੇ ਨੇ ਉਹ ਤਾਂ ਮੈਨੂੰ ਪਤਾ ਚੱਲਿਆ ਤੇ ਉਹ ਕਾਢੇ ਦੇ ਦਿੱਤਾ ਨਾ ਜੀ। ਤਾਂ ਥੈਂਕ ਯੂ ਮੇਰਾ ਬਹੁਤ ਵਧੀਆ ਪ੍ਰੋਗਰਾਮ ਹੈ। Thank you ਜੀ, ਬਸ ਕਰੋ। ਉਹ ਚਾਹਦਾ ਆਪਣਾ ਸਮਾਜ ਤੋਂ ਬਣ ਜਾਵੇ ਜਿੱਦਾਂ ਕਿ ਹਮਾਰਾ ਮੇਰਾ ਮੁੱਦਾ ਬਹੁਤ ਚੰਗਾ ਲਿਖਿਆ ਹੈ ਜੀ ਜੀ, ਸ਼ੁਕਰੀਆ ਭੈਣ ਜੀ, ਥੈਂਕ ਯੂ ਥੈਂਕ ਯੂ ਜੀ ਦੇ ਵਾਸਤੇ ਰਹੋ। ਵਾਕਈ ਜਸਵਿੰਦਰ ਹੋਣੀ ਭੈਣ ਜੁਣੀ ਆਉਂਦੇ ਆ ਸਾਡੇ ਪ੍ਰੋਗਰਾਮ 'ਚ ਕਾਫੀ ਵਾਰੀ ਔਰ ਹਮੇਸ਼ਾ ਸ਼ਿਰਕਤ ਕਰਦੇ ਹਨ, ਵਧੀਆ ਲਿਖਦੇ ਵੀ ਨੇ ਇਹ। ਠੀਕ ਹੈ ਜੀ। ਪਰਵਿੰਦਰ ਜੀ, ਗੱਲ ਜਿਸ ਤਰ੍ਹਾਂ ਹੁਣ ਇਹਨਾਂ ਨੇ ਕੀਤੀ ਵੀ ਤੁਹਾਨੂੰ ਅਸੀਂ ਧੀਆਂ ਦੀ ਗੱਲ ਕੀਤੀ ਸੀਗੀ ਵੀ ਭਰੂਣ ਹੱਤਿਆ ਦੀ ਗੱਲ ਕੀਤੀ ਸੀ, ਹਾਂਜੀ ਮੈਨੂੰ ਇੱਕ ਚੰਦ ਲਾਈਨਾਂ ਯਾਦ ਆ ਗਈਆਂ, ਕਹਿੰਦੇ ਚਿੜੀਆਂ ਹੁੰਦੀਆਂ ਨੇ ਕੁੜੀਆਂ ਮਗਰ ਫੰਗ ਨਹੀਂ ਹੁੰਦੇ। ਉਹ ਚਿੜੀਆਂ ਹੁੰਦੀਆਂ ਨੇ ਕੁੜੀਆਂ ਮਗਰ- ਮਗਰ ਫੰਗ ਨਹੀਂ ਹੁੰਦੇ, ਮਾਇਕਾ ਵੀ ਹੁੰਦਾ ਤੇ ਸਸੁਰਾਲ ਵੀ ਹੁੰਦਾ, ਮਾਇਕਾ ਵੀ ਹੁੰਦਾ ਸਸੁਰਾਲ ਵੀ ਹੁੰਦਾ ਪਰ ਘਰ ਨਹੀਂ ਹੁੰਦਾ। ਮਾਇਕੇ ਵਾਲੇ ਕਹਿੰਦੇ ਇਹ ਪਰਾਈ ਆ, ਸਸੁਰਾਲ ਵਾਲੇ ਕਹਿੰਦੇ ਇਹ ਪਰਾਏ ਘਰੋਂ ਆਈ ਆ। ਤੇ ਕੁੜੀ ਦੀ ਜਿਹੜੀ ਵਿਥਿਆ ਉਹ ਤੁਸੀਂ ਦੇਖੋ, ਹਾਂਜੀ ਕੁੜੀ ਨੂੰ ਤਾਂ ਅਸੀਂ ਕਹਿੰਦੇ ਨੇ ਮਾਇਕੇ ਵਾਲੇ ਕਹਿੰਦੇ ਤਾਂ ਪਰਾਈ ਨੇ ਪਰਾਏ ਘਰ ਚਲੇ ਜਾਣਾ, ਹਾਂਜੀ ਤੇ ਸਸੁਰਾਲ ਵਾਲੇ ਕਹਿੰਦੇ ਇਹ ਪਰਾਏ ਘਰੋਂ ਆਈ ਆ। ਤੇ ਜਿਹੜੀ ਕੁੜੀ ਹੈ ਬੇਟੀ ਆ ਉਹ ਰੱਬ ਨੂੰ ਕਹਿੰਦੀ ਐ ਖੁਦਾ ਸਾਨੂੰ ਇੰਨਾ ਤਾਂ ਦੱਸ ਸਾਨੂੰ ਕਿਸ ਘਰ ਲਈ ਬਣਾਈ ਆ, ਸਾਨੂੰ ਕਿਸ ਘਰ ਲਈ ਬਣਾਇਆ ਤੂੰ ਸਾਨੂੰ ਇਹ ਦੱਸ ਦੇ, ਨਾ ਸਾਡਾ ਮਾਇਕਾ ਤੇ ਨਾ ਸਾਡਾ ਸਸੁਰਾਲ ਆ ਤਾਂ ਫਿਰ ਸਾਡਾ ਘਰ ਕਿੱਥੇ ਆ। ਵਾਕਈ ਪਰ ਦੋਸਤੋ ਮੈਂ ਨਾ ਦੱਸ ਦਵਾਂ ਕਿ ਧੀਆਂ ਸਾਡਾ ਮਾਣ ਨੇ, ਸਾਡੇ ਸਿਰ ਦਾ ਤਾਜ ਨੇ। ਅਗਰ ਧੀਆਂ ਹੈ ਤਾਂ ਸਾਡਾ ਜਹਾਨ ਹੈ, ਅਸੀਂ ਆ ਸਾਰੇ ਆ। ਪਰਵਿੰਦਰ ਜੀ, ਆਪਾਂ ਗੱਲ ਕਰ ਰਹੇ ਸੀ ਤੁਹਾਡੇ ਨਾਲ, ਹੋਰ ਤੁਸੀਂ ਅੱਜ ਆਪਣੇ ਜਿਹੜੇ ਖਜ਼ਾਨੇ ਚੋਂ ਕੀ ਲੈ ਕੇ ਆਏ ਹੋ ਸਾਡੇ ਲਈ, ਕਿਉਂਕਿ ਤੁਹਾਡੀ ਕਾਫੀ ਕਿਤਾਬਾਂ ਛਪਦੀਆਂ ਰਹੀਆਂ। ਜੇ ਮੈਂ ਗੱਲ ਕਰਾਂ ਇੱਕ ਵੁਲਵਰਹੈਂਪਟਨ ਤੋਂ, ਤੁਸੀਂ ਵੁਲਵਰਹੈਂਪਟਨ ਰਹਿੰਦੇ ਹੋ, ਹਾਂਜੀ ਕਵੀਆਂ ਦਾ ਸ਼ਹਿਰ, ਵੁਲਵਰਹੈਂਪਟਨ ਕਵੀਆਂ ਦਾ ਸ਼ਹਿਰ, ਇਹ ਕਿਤਾਬ ਵੀ ਮੈਂ ਤੁਹਾਡੀ ਰੂਬਰੂ ਕਰ ਦਵਾਂ ਦਰਸ਼ਕੋ, ਇਸ ਕਿਤਾਬ 'ਚ ਵੀ ਇਹਨਾਂ ਦੀ ਕਵਿਤਾ ਛਪੀ ਹੈ। ਸੋ ਮੈਂ ਚਾਹਾਂਗਾ ਕਿ ਜਿਨ੍ਹਾਂ ਦੇ ਸੰਪਾਦਕ ਇੰਦਰਜੀਤ ਸਿੰਘ ਜੀਤ ਸੀ, ਜਿਹੜੇ ਹੁਣ ਸਾਡੇ ਵਿੱਚ ਨਹੀਂ ਰਹੇ, ਵਾਹਿਗੁਰੂ ਉਹਨਾਂ ਦੀ ਲੰਬੀ ਉਮਰ ਬਖਸ਼ੇ, ਉਹਨਾਂ ਨੂੰ ਮਤਲਬ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਣ। ਹਾਂਜੀ ਤੇ ਮੈਂ ਚਾਹਾਂਗਾ ਤੁਸੀਂ ਆਪਣੀ ਇਸ ਕਵਿਤਾ ਜਿਹੜੀ ਕਿਤਾਬ ਸੀ, ਜਿਹੜੀ ਕਵਿਤਾ ਛਪੀ ਸੀ, ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਠੀਕ ਹੈ। ਤੁਸੀਂ ਕਿਤਾਬ ਕਹੋਗੇ ਕਿਹੜੀ ਥੋੜੀ ਇਸ ਕਿਤਾਬ ਵਿੱਚ ਕਿਹੜੀ ਕਵਿਤਾ ਛਪੀ ਸੀ ਉਸ ਵੇਲੇ? ਇਹਦੇ ਵਿੱਚ ਤਾਂ ਇੱਕ ਤਾਂ ਇਹ ਮਾਂ ਦੀ ਚਿੱਠੀ ਬਾਰੇ ਸੀਗਾ ਜੀ, ਤੇ ਇੱਕ ਆ ਵੀ ਸੀਗੀ ਵੀ ਜੰਮਦੇ ਸਾਰੀ ਮੈਨੂੰ ਮਰ ਜਾਣੀ ਕਹਿੰਦੇ ਨੇ। ਹਾਂਜੀ। ਤੇ ਇੱਕ ਸੀਗੀ ਤੁਹਾਨੂੰ ਚੇਤਾ ਹੋਣਾ ਸੁਨਾਮੀ ਲਹਿਰਾਂ ਆਈਆਂ ਸੀ ਜੀ, ਹਾਂਜੀ, ਤੇ ਉਹਦੇ ਬਾਰੇ ਸੀ ਪਰ ਉਹ ਬਹੁਤ ਲੰਬੀ ਆ ਜੀ। ਤੇ ਇੱਕ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਕਹਿੰਦੇ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਜੀ, ਤਾਂ ਇੱਕ ਉਹਦੇ ਇਹੋ ਸੀਗੀ ਵੀ ਨਸ਼ਿਆਂ ਬਾਰੇ ਸੀਗੀ। ਆ ਜਾਓ ਫਿਰ ਉਹ ਸਾਂਝੀ ਕਰੋ ਸਾਡੇ ਦਰਸ਼ਕਾਂ ਨਾਲ। ਕਹਿੰਦਾ ਸੋਹਣਾ ਜਿਹਾ ਦੇਸ਼ ਮੇਰਾ ਨਜ਼ਰਾਂ ਨੇ ਖਾ ਲਿਆ, ਖੋਰੇ ਕਿੱਥੋਂ ਆਣ ਘੇਰਾ ਨਸ਼ਿਆਂ ਨੇ ਪਾ ਲਿਆ। ਸੋਹਣਾ ਜਿਹਾ ਦੇਸ਼ ਮੇਰਾ ਨਜ਼ਰਾਂ ਨੇ ਖਾ ਲਿਆ, ਖੋਰੇ ਕਿੱਥੋਂ ਆਣ ਘੇਰਾ ਨਸ਼ਿਆਂ ਨੇ ਪਾ ਲਿਆ। ਜੜਾਂ ਵਿੱਚ ਤੇਲ ਪਾ ਸਾਰਤਾ ਗੁਲਾਬ ਨੂੰ, ਨਸ਼ਿਆਂ ਨੇ ਰੱਖ ਦਿੱਤਾ ਪੱਟ ਕੇ ਪੰਜਾਬ ਨੂੰ। ਕੀ ਬਾਤ ਹੈ ਜੀ। ਹਾਂਜੀ। ਤੇ ਕਹਿੰਦਾ ਦਿਨ ਢਲਣੇ ਦੀ ਦੇਰ ਸਭ ਠੇਕੇ ਵੱਲ ਭੱਜਦੇ, ਦਿਨ ਢਲਣੇ ਦੀ ਦੇਰ ਸਭ ਠੇਕੇ ਵੱਲ ਭੱਜਦੇ, ਅੱਧੀ ਰਾਤੀ ਆਉਂਦੇ ਫਿਰ ਕੰਧਾਂ ਵਿੱਚ ਵੱਜਦੇ, ਪਿੰਡਾਂ ਵਿੱਚੋਂ ਦੁੱਧ ਕੱਢ ਬਾੜਤਾ ਸ਼ਰਾਬ ਨੂੰ, ਨਸ਼ਿਆਂ ਨੇ ਰੱਖ ਦਿੱਤਾ ਪੱਟ ਕੇ ਪੰਜਾਬ ਨੂੰ। ਛਿੰਝਾਂ ਮੇਲਿਆਂ 'ਚ ਸ਼ੌਂਕ ਸੀ ਦੰਗਲ ਕਰਾਉਣ ਦਾ, ਛਿੰਝਾਂ ਮੇਲਿਆਂ 'ਚ ਸ਼ੌਂਕ ਸੀ ਦੰਗਲ ਕਰਾਉਣ ਦਾ, ਅੱਜ ਕੱਲ ਪੈ ਗਿਆ ਰਿਵਾਜ ਨੰਗੇ ਜਿਸਮ ਨਚਾਉਣ ਦਾ। ਤੇ ਮੈਰਿਜ ਪੈਲਸਾਂ ਵਿੱਚ ਦੇਖਿਆ ਨੂੰ ਕਰ ਦਿਓ ਬੰਦ ਇਸ ਚੰਦਰੇ ਰਿਵਾਜ ਨੂੰ,
ਨਸ਼ਿਆਂ ਨੇ ਰੱਖ ਦਿੱਤਾ ਪੱਟ ਕੇ ਪੰਜਾਬ ਨੂੰ। क्या ਕਹਿੰਦਾ बात है जी। ਅੱਜ ਵੀ ਕਈ ਵੀਰ ਦੂਰ ਨਸ਼ਿਆਂ ਤੋਂ ਰਹਿੰਦੇ ਨੇ, ਸਿੱਧੂ ਬਣ ਜਾ ਤੂੰ ਬੰਦਾ, ਪਰਮਿੰਦਰਾ ਬਣ ਜਾ ਤੂੰ ਬੰਦਾ, ਦਿਨੇ ਰਾਤੀ ਕਹਿੰਦੇ ਨੇ। आहा, ਖੱਟਿਆ ਕੀ ਵੇਖ ਲੈ ਤੂੰ ਲਾ ਕੇ ਹਿਸਾਬ ਨੂੰ, ਨਸ਼ਿਆਂ ਨੇ ਰੱਖ ਦਿੱਤਾ ਪੱਟ ਕੇ पट के ਪੰਜਾਬ ਨੂੰ। पंजाब। क्या बात है, वाकई ਇਹ ਜਿਹੜਾ ਛੇਵਾਂ ਦਰਿਆ ਸਾਡੇ ਪੰਜਾਬ 'ਚ ਚੱਲ ਰਿਹਾ, ਵਾਕਈ ਉਸਨੇ ਜਵਾਨੀ ਨੂੰ ਖਤਮ ਕਰਤਾ ਹੈ। ਸਾਡੀ ਤਾਂ ਇਹੀ ਅਰਦਾਸ ਹੈ ਕਿ ਹਮੇਸ਼ਾ ਸਾਡੀ ਜਿਹੜੀ ਜਵਾਨੀ ਹੈ ਉੱਥੇ ਦੀ ਪੰਜਾਬ ਦੀ, ਉਹ ਹਮੇਸ਼ਾ ਕਾਇਮ ਰਹੇ ਤਾਂ ਕਿ ਸਾਡਾ ਪੰਜਾਬ ਹੱਸਦਾ ਵਸਦਾ ਰਹੇ। ਰਵਿੰਦਰ ਜੀ ਕਾਲ ਆ ਗਿਆ, ਆਪਾਂ ਕਾਲ ਲੈ ਲਈ, ਉਸ ਤੋਂ ਬਾਅਦ ਗੱਲ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਗੁਰਦੇਵ ਸਿੰਘ ਭੋਗਲ ਜੀ, ਜੀ ਆਇਆਂ ਨੂੰ। ਜੀ ਡਾਕਟਰ ਸਾਹਿਬ, ਤੁਹਾਨੂੰ ਤੇ ਸਿੱਧੂ ਸਾਹਿਬ ਨੂੰ, ਤੁਹਾਡੇ ਸਟਾਫ ਨੂੰ, ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਡਾਕਟਰ ਸਾਹਿਬ, ਕੀ ਹਾਲ ਚਾਲ ਨੇ? ਬਸ ਜੀ, ਕਿਰਪਾ ਵਾਹਿਗੁਰੂ ਦੀ ਤੇ ਨਾਲ ਤੁਹਾਡੇ ਪਿਆਰ, ਤੁਹਾਡਾ ਆਸ਼ੀਰਵਾਦ। ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ ਸਮਾਂ ਦੇਣ ਦਾ ਤੁਹਾਡਾ। ਹਾਂਜੀ। ਤੇ ਡਾਕਟਰ ਸਾਹਿਬ, ਜਿਹੜੀ ਤੁਸੀਂ ਕਹਾਣੀ ਸੁਣਾਈ ਸੀ ਨਾ, ਹਾਂਜੀ। ਤੇ ਤੁਸੀਂ ਸਵਾਲ ਕੀਤਾ ਸੀ ਵੀ ਇਹ ਤੁਸੀਂ ਦੱਸਣਾ ਵੀ ਇਕੱਠੇ ਰਹਿਣ ਦਾ ਫਾਇਦਾ ਕਿ ਇਕੱਲੇ ਇਕੱਲੇ ਦਾ। ਜੀ ਡਾਕਟਰ ਸਾਹਿਬ, ਜਿਹੜੀ ਕਹਾਣੀ ਸੁਣਾਈ ਹੈ, ਵੈਸੇ ਤਾਂ ਖਿਆਲ ਆਪੋ ਆਪਣੇ ਹੁੰਦੇ ਨਾ, ਕਿ ਕਿਉਂਕਿ ਜਿੰਨੇ ਮੂੰਹ ਉਹਨੇ ਗੱਲਾਂ, ਉਹਨੀਆਂ ਗੱਲਾਂ ਹੁੰਦੀਆਂ, ਵਿਚਾਰ ਵੱਖੋ ਵੱਖਰੇ ਹੁੰਦੇ, ਹੋਣੇ ਵੀ ਚਾਹੀਦੇ, ਚਲੋ ਹੈ ਨਾ ਜੀ। ਵਿਚਾਰ ਵੱਖੋ ਵੱਖਰੇ ਹੁੰਦੇ ਨੇ, ਪਰ ਇੱਕ ਗੱਲ ਜ਼ਰੂਰ ਆ, ਪਰ ਸਿਆਣੇ ਇਹ ਕਹਿੰਦੇ ਨੇ ਵੀ ਕੱਲਾ ਰੁੱਖ ਵੀ ਨਾ ਹੋਵੇ। ਜੀ ਵਾਕਈ। ਤੇ ਜਿਹੜਾ ਪਰਿਵਾਰ 'ਚ ਬੱਚਾ ਪਲਦਾ ਨਾ, ਉਹ ਬੱਚੇ ਨੂੰ ਬੜਾ ਫਾਇਦਾ, ਜਿਹੜਾ ਪਰਿਵਾਰ 'ਚ ਪਲਦਾ। ਇੱਕ ਤਾਂ ਉਹਨੂੰ ਵਿਰਸੇ ਦੀ ਸਮਝ ਲੱਗ ਜਾਂਦੀ, ਉਹਨੂੰ ਭਾਸ਼ਾ ਆ ਜਾਂਦੀ, ਧਰਮ ਬਾਰੇ ਪਤਾ ਲੱਗ ਜਾਂਦਾ, ਤੇ ਉਹਨੂੰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਉਹ ਪਰਿਵਾਰ ਦੇ ਵਿੱਚ ਪਲ ਜਾਂਦਾ। ਸਾਰੇ ਇਕੱਠੇ ਹੁੰਦੇ ਨੇ ਬੱਚੇ, ਕਿਉਂਕਿ ਮੇਰੇ ਵੀ ਦੋਸਤ ਪਰਿਵਾਰ 'ਚ ਇਕੱਠੇ, ਪਤਾ ਵੀ ਨਹੀਂ ਲੱਗਾ ਸਾਡੇ ਬੱਚਿਆਂ ਨੂੰ, ਕੋਈ ਬੱਚੇ ਕਿੱਥੇ ਪਲ ਗਏ, ਸਾਡੇ ਕਿੱਥੇ ਪਲ ਗਏ। ਜੀ, ਮੈਂ ਇਸ ਕਰਕੇ ਇਹ ਕਹਾਣੀ ਦਾ ਜ਼ਿਕਰ ਕੀਤਾ ਸੀ, ਮੈਂ ਤਾਂ ਨਹੀਂ ਕੁਝ ਵੀ ਦੱਸਿਆ, ਤਾਂ ਕਿ ਮੈਂ ਚਾਹੁੰਦਾ ਸੀ ਵੀ ਤੁਸੀਂ ਆਪਣੇ ਆਪ ਸੋਚ ਕੇ ਦੱਸੋ ਵੀ ਬਾਕੀ ਸੱਚਾਈ। ਬਿਲਕੁਲ। ਪਰ ਡਾਕਟਰ ਸਾਹਿਬ ਗੱਲ ਬਿਲਕੁਲ ਠੀਕ ਆ, ਜਿਹੜੇ ਬੱਚੇ ਪਰਿਵਾਰਾਂ ਦੇ ਵਿੱਚ ਪਲਦੇ ਨੇ ਨਾ, ਉਹਨਾਂ ਪੈਦਾ ਹੁੰਦੇ ਜਿੱਥੇ ਪਰਿਵਾਰ ਇਕੱਠਾ ਆ, ਮੇਰਾ ਮਤਲਬ ਉੱਥੇ ਜਿਹੜੇ ਬੱਚੇ ਪੈਦਾ ਹੁੰਦੇ ਨੇ, ਗ੍ਰਾਂਡ ਚਿਲਡਰਨ, ਉਹਨਾਂ ਦੇ ਮਾਤਾ ਪਿਤਾ ਨੂੰ ਵੀ ਨਹੀਂ ਪਤਾ ਲੱਗਦਾ ਬੱਚੇ ਕਿਹੜੇ ਵੇਲੇ ਪਲ ਜਾਂਦੇ ਨੇ। ਹਾਂਜੀ। ਹਾਂ, ਇੰਨਾ ਪਿਆਰ ਮਿਲਦਾ, ਕਿਉਂ ਸਾਰੇ ਇਕੱਠੇ ਹੀ ਹੁੰਦੇ ਨੇ, ਤੇ ਪਤਾ ਵੀ ਨਹੀਂ ਲੱਗਦਾ, ਤੇ ਨਾਲੇ ਕੰਮਕਾਰ ਹੁੰਦਾ ਰਹਿੰਦਾ, ਤੇ ਨਾਲੇ ਬੱਚੇ ਪਲ ਜਾਂਦੇ ਨੇ। ਪਰ ਜਿਹੜਾ ਇਕੱਲਾ ਰਹਿੰਦਾ, ਉਹ ਕੰਮ ਬੱਚੇ ਵੀ ਆਪ ਪਾਲਣੇ ਹੁੰਦੇ ਆ, ਤੇ ਉਹਨੇ ਕੰਮਕਾਰ ਵੀ ਆਪ ਕਰਨਾ ਹੁੰਦਾ। ਫਿਰ ਹੁਣ ਜੇ ਤਾਂ ਬੀਬੀ ਨੇ, ਦੂਸਰੀ ਬੀਬੀ ਨੇ ਜੇ ਕੰਮ ਛੱਡਣਾ ਹੀ ਸੀ, ਤੇ ਬੱਚੇ ਪਾਲਣੇ ਹੋਰ ਤਾਂ ਕੋਈ ਹੀ ਨਹੀਂ ਉਹਦੇ ਨਾਲ। ਜੀ ਜੀ ਜੀ। ਇਸ ਕਰਕੇ ਪਰ ਇੱਕ ਗੱਲ ਹੋਰ ਜ਼ਰੂਰ ਕਹਿ ਕੇ ਮੈਂ ਤੁਹਾਡੇ ਤੋਂ ਖਿਮਾ ਲੈਣੀ ਡਾਕਟਰ ਸਾਹਿਬ। ਹਾਂਜੀ। ਪਰਿਵਾਰ ਵਿੱਚ ਇਕੱਠੇ ਰਹਿਣ ਵਾਸਤੇ ਦੋ ਚੀਜ਼ਾਂ ਦੀ ਬਹੁਤ ਜ਼ਰੂਰਤ ਆ, ਇੱਕ ਸਹਿਣਸ਼ੀਲਤਾ ਤੇ ਇੱਕ ਸਹਿਜ। ਜੀ ਵਾਕਈ। ਜਿਹਦੇ ਅੰਦਰ ਕੋਈ ਵੀ ਨੋ ਹੋਵੇ, ਧੀ ਹੋਵੇ, ਕੋਈ ਵੀ ਹੋਵੇ, ਸਾਰੀ ਦੁਨੀਆ ਦੀ ਗੱਲ ਕਰਦੇ, ਜਿਹਦੇ ਅੰਦਰ ਸਹਿਣਸ਼ੀਲਤਾ ਤੇ ਸ਼ਾਂਤੀ ਜਾਂ ਸਹਿਜ ਜਾਂ ਨਿਮਰਤਾ ਨਾ ਹੋਵੇ, ਉਹ ਇਕੱਠੇ ਰਹਿ ਵੀ ਨਹੀਂ ਸਕਦੇ। ਆ ਵੀ ਨਾਲੇ ਗੱਲ ਆ ਜੀ ਭੋਗਲ ਤੇ ਭੋਗਲ ਸਾਹਿਬ, ਦੇਖ ਮੈਂ ਕਈ ਵਾਰੀ ਸੋਚਦਾ ਨਾ ਡਾਕਟਰ ਸਾਹਿਬ, ਜਿੱਦਾਂ ਜਿਹੜਾ ਦੁਨੀਆ ਦਾ ਅੱਜ ਕੱਲ ਜੋ ਕੁਝ ਬਣਿਆ ਪਿਆ ਸਾਡੀ ਅੱਖਾਂ ਦੇ ਸਾਹਮਣੇ ਆ, ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਸਾਡੇ ਸਾਹਮਣੇ ਕੀ ਹੋ ਰਿਹਾ, ਕੋਈ ਇੱਕ ਦੂਸਰੇ ਦੀ ਗੱਲ ਨਹੀਂ ਸਹਾਰਦਾ ਅੱਜ। ਤੇ ਮੈਂ ਕਈ ਵਾਰੀ ਸੋਚਦਾ ਨਾ ਭਈ ਯਾਰ ਇਹ ਗੱਲ ਕੀ ਆ, ਐਨੀ ਸਹਿਣਸ਼ੀਲਤਾ ਕਿਉਂ ਨਹੀਂ ਕਿਸੇ ਦੇ ਵਿੱਚ, ਐਨੇ ਅਸਹਿਣਸ਼ੀਲ ਹੋ ਗਏ ਨੇ, ਜਿਹਦਾ ਰਹਿ ਰੱਬ ਦਾ ਗੱਲ ਨੱਕ ਤੇ ਮੱਖੀ ਨਹੀਂ ਕੋਈ ਬਹਿਣ ਦਿੰਦਾ, ਤੇ ਇਕੱਠੇ ਰਹਿਣ ਦੀ ਗੱਲ ਤੇ ਬਹੁਤ ਦੂਰ ਦੀ ਆ। ਤੇ ਮੈਂ ਜਿਹੜੀ ਗੱਲ ਸੋਚਦਾ ਵੀ ਕਿਉਂ ਨਹੀਂ ਇਕੱਠੇ ਰਹਿੰਦੇ, ਮੇਰੇ ਹਿਸਾਬ ਨਾਲ ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਕੋਈ ਮੋੜ ਠੱਪਾ ਨਹੀਂ ਲਾਉਂਦਾ ਇਸ ਗੱਲ ਤੇ। ਮੈਂ ਕਹਿੰਦਾ ਕਿ ਜਿੱਦਾਂ ਦਾ ਬੰਦਾ ਖਾਣਾ ਖਾਂਦਾ ਨਾ, ਉਹੋ ਜਿਹੀ ਸੋਚ ਹੋ ਜਾਂਦੀ ਹੁੰਦੀ ਆ। ਖਾਣੇ ਤੇ ਬਹੁਤ ਡਿਪੈਂਡ ਕਰਦਾ। ਪੁਰਾਣੇ ਸਮਿਆਂ ਤੋਂ ਲੈ ਕੇ ਅੱਜ ਤੱਕ ਨੈਚੁਰਲ ਫੂਡ ਖਾਂਦੇ ਸੀਗੇ, ਜੀ ਜੀ ਜੀ, ਅਸਲੀ ਫੂਡ ਖਾਂਦੇ ਸੀ। ਅੱਜ ਬਲੌਡੀ ਫੂਡ, ਜਿਹੜੇ ਜੰਕ ਫੂਡ ਵੀ ਕਹਿ ਲਓ, ਤੇ ਇਸ ਕਰਕੇ ਜਿਹੜਾ ਇਹ ਖਾਣੇ ਤੇ ਬਹੁਤ ਡਿਪੈਂਡ ਕਰਦਾ ਵੀ ਤੁਸੀਂ ਭੋਜਨ ਕਿਹੋ ਜਿਹਾ ਖਾਂਦੇ ਆ। ਜਿਹੋ ਜਿਹਾ ਭੋਜਨ ਬੰਦਾ ਖਾਂਦਾ, ਪਾਣੀ ਵਿੱਚ ਵੀ ਆਉਂਦਾ, ਪਰ ਮੈਂ ਉਹਦੇ ਨੂੰ ਬਹੁਤਾ ਜਾਣਾ ਨਹੀਂ, ਕੋਈ ਸਮਾਂ ਨਹੀਂ ਹੁੰਦਾ ਆਪਣੇ ਪਾਸ, ਤੇ ਜਿਹੋ ਜਿਹਾ ਬੰਦਾ ਖਾਂਦਾ ਉਹੋ ਜਿਹੀ ਸੋਚ ਹੋ ਜਾਂਦੀ ਉਹਦੀ। ਤੇ ਲਓ ਇਹ ਤੇ ਇੱਕ ਮੈਂ ਸ਼ੇਅਰ ਬੋਲ ਕੇ ਦੱਸ ਖਿਮਾ ਲੈ ਰਹੀ ਹਾਂ ਸ਼ਾਹ ਜੀ, ਆ ਜਾਓ। ਇਹਦਾ ਕਾਰਨ ਕੀ ਆ ਜੀ? ਡਾਕਟਰ ਸਾਹਿਬ ਲਿਖਿਆ ਵੀ ਅੱਜ ਸਹਿਣਸ਼ੀਲਤਾ ਅਤੇ ਸ਼ਾਂਤੀ ਸ਼ਾਂਤ ਹੋ ਗਏ। ਅੱਜ ਸਹਿਣਸ਼ੀਲਤਾ ਅਤੇ ਸ਼ਾਂਤੀ ਸ਼ਾਂਤ ਹੋ ਗਏ। ਗੋਲੇ ਅੱਗ ਦੇ ਚੁਫੇਰੇ ਵਰਦੇ ਦਿਖਾਈ ਦਿੰਦੇ, ਆਪਣਾ ਤਪਣੇ ਦਾ ਹੋਇਆ ਅੰਤ ਜਾਪੇ, ਭਾਈ ਭਾਈਆਂ ਨੂੰ ਢਾਉਂਦੇ ਦਿਖਾਈ ਦਿੰਦੇ। ਕੀ ਬਾਤ ਹੈ ਜੀ। ਪਰ ਲਾ ਕੇ ਸ਼ੁਕਰੀਆ, ਪਰ ਲਾ ਕੇ ਪਿਆਰ ਸਤਿਕਾਰ ਉੱਡਿਆ, ਪਰ ਲਾ ਕੇ ਪਿਆਰ ਸਤਿਕਾਰ ਉੱਡਿਆ, ਖੋਟੇ ਖੜਿਆਂ ਤਾਈਂ ਖਿੱਚਦੇ ਦਿਖਾਈ ਦਿੰਦੇ। ਓਏ ਦੁੱਖ ਵੰਡਾਉਣ ਦੀ ਭਲਾ ਗੱਲ ਛੱਡੋ, ਈਰਖਾ ਵਿੱਚ ਨੇ ਰਿਝਦੇ ਦਿਖਾਈ ਦਿੰਦੇ। ਕੀ ਬਾਤ ਹੈ ਜੀ। ਕਿਉਂਕਿ ਖਾਣਾ ਮੈਨੂੰ ਲੱਗਦਾ ਖਾਣਾ ਇਦਾਂ ਦਾ ਖਾਂਦੇ ਆ। ਆਖਰੀ ਦੋ ਲਾਈਨਾਂ ਨੇ ਡਾਕਟਰ ਸਾਹਿਬ, ਬਈ ਲੋਟ ਆਉਂਦੀ ਨਾ ਦਿਸੇ ਹੁਣ ਗੱਲ ਕੋਈ, ਲੋਟ ਆਉਂਦੀ ਨਾ ਦਿਸੇ ਹੁਣ ਗੱਲ ਕੋਈ, ਲੋਕੀ ਭਲਿਆਂ ਤਾਈਂ ਭੌਂਦੂ ਕਹਿੰਦੇ ਦਿਖਾਈ ਦਿੰਦੇ। ਓਏ ਭੋਜਨ ਵਿੱਚ ਹੀ ਕਰਿਆ ਕੋਈ ਖੋਟ ਭੋਗਲ,
ਖੰਭ ਅਕਲ ਦੇ ਝੜਦੇ ਦਿਖਾਈ ਦਿੰਦੇ, ਓਏ ਭੋਜਨ ਵਿੱਚ ਹੀ ਖਰਿਆ ਕੋਈ ਖੋਟ ਭੋਗਲ। ਖੰਭ ਅਕਲ ਦੇ ਝੜਦੇ ਦਿਖਾਈ ਦਿੰਦੇ, ਚੱਕ ਸਾਹਿਬ ਖੰਭ ਅਕਲ ਦੇ ਝੜਦੇ ਦਿਖਾਈ ਦਿੰਦੇ। क्या बात है, वाकई ਹੋ ਸਕਦਾ ਭੋਜਨ, ਕਿਉਂਕਿ ਭੋਜਨ ਸਾਰੇ ਕਹਿੰਦੇ ਨੇ ਵੀ ਨੈਚੁਰਲ ਫੂਡ, ਕਿੰਨਾ ਰੌਲਾ ਪੈਂਦਾ ਵੀ ਨੈਚੁਰਲ ਫੂਡ। ਤਾਂ ਮੇਰੀ ਇਹ ਸੋਚ ਬਣੀ ਆ ਤੇ ਕੋਈ ਵਾਕਿਆ ਜੋ ਬੰਦਾ ਖਾਂਦਾ ਉਹੋ ਜਿਹੀ ਸੋਚ ਹੁੰਦੀ ਆ। ਅੱਜ ਨੈਚੁਰਲ ਫੂਡ ਦਾ ਰੌਲਾ ਕਿਉਂ ਪੈ ਰਿਹਾ? ਇਸੇ ਕਰਕੇ ਕਿਉਂਕਿ ਅੱਜ ਨੈਚੁਰਲ ਫੂਡ ਜਿਹੜੀ ਬਣਾਉਟੀ ਫੂਡ ਜ਼ਿਆਦਾ ਆ, ਅਸਲੀ ਨਕਲੀ ਫੂਡ ਜ਼ਿਆਦਾ, ਅਸਲੀ ਘੱਟ ਰਹਿ ਗਿਆ। ਬਾਬਾ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਣੀ ਗੱਲ ਨੂੰ ਇਹ ਤੁਹਾਡੀ ਕਹਾਣੀ ਦਾ ਮੈਨੂੰ ਐਸਨ ਨਿਚੋੜ ਹੀ ਕਹਿ ਲਓ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਇਹ ਸਾਡੇ ਭੋਗਲ ਜੀ ਬੜੇ ਹੀ ਮਾਣਯੋਗ ਨੇ, ਬੜੇ ਵਧੀਆ ਲਿਖਦੇ ਨੇ, ਤੁਸੀਂ ਸੁਣਦੇ ਵੀ ਉਹਨਾਂ ਨੂੰ, ਤੇ ਉਹਨਾਂ ਦੇ ਹਰ ਵਿਸ਼ੇ ਤੇ ਇਹਨਾਂ ਨੇ ਲਿਖਿਆ ਔਰ ਵਾਕਈ ਬਾ ਕਮਾਲ ਲਿਖਦੇ ਨੇ। ਪਰਵਿੰਦਰ ਜੀ, ਗੱਲ ਕਰੀਏ ਆਪਾਂ ਤੁਹਾਡੇ, ਹੋਰ ਤੁਸੀਂ ਸਾਡੇ ਵਾਸਤੇ ਕੀ ਲੈ ਕੇ ਆਏ ਹੋ? ਜਦੋਂ ਆਪਾਂ ਮਾਂ ਦੀ ਗੱਲ ਵੀ ਕਰ ਲਈ, ਧੀਆਂ ਦੀ ਵੀ ਗੱਲ ਕਰ ਲਈ, ਮਾਂ ਦੀ ਗੱਲ ਤੋਂ ਮੈਨੂੰ ਜ਼ਿਕਰ ਯਾਦ ਆਇਆ ਕਿ ਆਪਾਂ ਜਦੋਂ ਦੂਰ ਬੈਠੇ ਆ, ਸਾਨੂੰ ਮਾਂ ਹਮੇਸ਼ਾ ਚੇਤੇ ਆਉਂਦੀ ਹੈ, ਤੇ ਜਦੋਂ ਮਾਂ ਸਾਨੂੰ ਛੱਡ ਕੇ ਚਲ ਜਾਂਦੀ ਹੈ, ਕਿਉਂਕਿ ਇੱਕ ਐਸਾ ਰਿਸ਼ਤਾ ਆ, ਇਹ ਕਦੀ ਮੁੜ ਕੇ ਨਹੀਂ ਮਿਲਦਾ। ਮਾਂ ਜਾਂ ਪਿਓ ਦਾ ਆਪਾਂ ਰਿਸ਼ਤਾ ਕਹਿ ਲਈਏ, ਕਦੀ ਨਹੀਂ ਮਿਲਦਾ। ਇਹ ਐਸੀਆਂ ਠੰਡੀਆਂ ਛਾਵਾਂ ਨੇ, ਮਾਵਾਂ ਜਦੋਂ ਇਹ ਚਲ ਜਾਂਦੀਆਂ ਤਾਂ ਫਿਰ ਕਹਿੰਦੇ ਹੁੰਦੇ ਵੀ ਉਹ ਰਿਸ਼ਤਾ ਮੁੜ ਕੇ ਨਹੀਂ ਮਿਲਦਾ, ਔਰ ਫਿਰ ਸਾਨੂੰ ਪਛਤਾਉਣਾ ਪੈਂਦਾ। ਉਹਦੇ ਵਾਸਤੇ ਚੰਦ ਲਾਈਨਾਂ ਸੀਗੀਆਂ, ਕਹਿੰਦੇ ਬੈਠ ਕੇ ਪੁੱਤ ਤੇਰਾ ਸ਼ਮਸ਼ਾਨ ਚ ਰੋਂਦਾ, ਬਹਿ ਕੇ ਪੁੱਤ ਤੇਰਾ ਸ਼ਮਸ਼ਾਨ ਚ ਰੋਂਦਾ, ਉਹ ਮੇਰੇ ਦਿਲ ਨੂੰ ਚੈਨ ਨਹੀਂ ਆਉਂਦਾ। ਤੂੰ ਉੱਠ ਮਾਏ ਘਰ ਚਲੀਏ, ਤੂੰ ਉੱਠ ਮਾਏ ਘਰ ਚਲੀਏ, ਦੁੱਖ ਸੁੱਖ ਝੱਲ ਕੇ ਤੂੰ ਮੈਨੂੰ ਪਾਲਿਆ। ਹੁਣ ਮਾਂ ਆਪਾਂ ਨੂੰ ਦੁੱਖ ਸੁੱਖ ਝੱਲ ਕੇ ਪਾਲਦੀ ਹੈ। ਹਾਂਜੀ, ਮਾਂ ਘਰਾਂ 'ਚ ਕੰਮ ਕਰਕੇ ਵੀ ਬੱਚੇ ਨੂੰ ਪਾਲ ਲੈਂਦੀ ਹੈ, ਲੇਕਿਨ ਬੱਚੇ ਐਸੇ ਆ ਕਿ ਉਹ ਕੰਮ ਕਰਕੇ ਵੀ ਮਾਂ ਨੂੰ ਪਾਲ ਨਹੀਂ ਸਕਦੇ। ਹਾਂਜੀ, ਸੋ ਦੁੱਖ ਸੁੱਖ ਝੱਲ ਕੇ ਤੂੰ ਮਾਏ ਮੈਨੂੰ ਪਾਲਿਆ, ਹੋਇਆ ਮੈਂ ਜਵਾਨ ਤੂੰ ਦੂਰ ਡੇਰਾ ਲਾ ਲਿਆ। ਤੇ ਜਦੋਂ ਮਾਂ ਚਲੀ ਜਾਂਦੀ ਹੈ ਨਾ, ਹੁਣ ਸਾਡਾ ਫਰਜ਼ ਹੈ ਉਹਦੀ ਸੇਵਾ ਕਰਨਾ, ਪਰ ਜਦੋਂ ਫਿਰ ਮਾਂ ਚਲੀ ਜਾਂਦੀ ਹੈ, ਫਿਰ ਮੁੰਡਾ ਇਹੀ ਸੋਚਦਾ ਹੈ, ਹੋਇਆ ਮੈਂ ਜਵਾਨ ਮਾਂ ਤੂੰ ਦੂਰ ਡੇਰਾ ਲਾ ਲਿਆ, ਤੇ ਦੁੱਖ ਟੱਕ ਦੇ ਕੋਈ ਨਹੀਂ ਵਡਾਉਂਦਾ, ਦੁੱਖ ਟੱਕ ਦੇ ਕੋਈ ਨਹੀਂ ਵਡਾਉਂਦਾ, ਉੱਠ ਮਾਏ ਘਰ ਚਲੀਏ, ਉਹ ਮੇਰੇ ਦਿਲ ਨੂੰ ਚੈਨ ਨਹੀਂ ਆਉਂਦਾ। ਬਸ ਇਹੀ ਕਹਾਂਗਾ ਕਿ ਜਿਨ੍ਹਾਂ ਦੀ ਮਾਵਾਂ ਜੀਂਦੀਆਂ ਨੇ, ਮਾਪਿਓ ਜੀਂਦੇ ਨੇ, ਉਹਨਾਂ ਦੇ ਚਰਨਾਂ ਵਿੱਚ ਰਹੋ, ਉਹਨਾਂ ਦੀ ਸੇਵਾ ਕਰੋ। ਮੈਂ ਹਮੇਸ਼ਾ ਆਪਣੇ ਸ਼ੋਅ 'ਚ ਇਹੀ ਕਹਿੰਦਾ ਕਿ ਉਹਨਾਂ ਦੇ ਚਰਨਾਂ ਵਿੱਚ ਸਵਰਗ ਹੈ। ਮੈਂ ਆਪਣੀ ਮਾਂ ਨੂੰ ਖੋਇਆ, ਸਾਨੂੰ ਪਤਾ ਇਸ ਦੁੱਖ ਦਾ, ਸੋ ਕੋਸ਼ਿਸ਼ ਇਹੀ ਕਰੋ ਕਿ ਆਪਣੇ ਮਾਂ ਪਿਓ ਦੇ ਚਰਨਾਂ 'ਚ ਰਹੋ। ਪਰਵਿੰਦਰ ਜੀ, ਹੋਰ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਪ੍ਰੋਗਰਾਮ ਤੇ? ਮੈਨੂੰ ਭਾਜੀ ਇੱਕ 4 ਲਾਈਨਾਂ ਚਿੱਤੇ ਹੈਗੀਆਂ, ਜਿੱਦਾਂ ਆਪਾਂ ਪਹਿਲਾਂ ਧੀਆਂ ਦੀ ਗੱਲ ਕੀਤੀ ਸੀ, ਤੇ ਉਹ ਤੁਹਾਡੀਆਂ ਗੱਲਾਂ ਦੇ ਵਿੱਚੋਂ ਗੱਲ ਚਿੱਤੇ ਆ ਗਈ। ਹਾਂਜੀ, ਤੇ ਮੈਂ ਸਾਰੀ ਕਵਿਤਾ ਨਹੀਂ ਚਿੱਤੇ, ਮੈਨੂੰ ਉਹ 4 ਲਾਈਨਾਂ ਚਿੱਤੇ ਆ ਗਈਆਂ, ਤੁਹਾਡੀਆਂ ਗੱਲਾਂ ਦੇ ਨਾਲ ਸੰਬੰਧ ਸੀ। ਕਹਿੰਦੇ ਪੇਕੇ ਕਹਿਣ ਪਰਾਈ ਅਮਾਨਤ, ਸਹੁਰੇ ਕਹਿਣ ਬਗਾਨੀ ਧੀ। ਕੀ ਬਾਤ ਹੈ। ਪੇਕੇ ਕਹਿਣ ਪਰਾਈ ਅਮਾਨਤ, ਸਹੁਰੇ ਕਹਿਣ ਬਗਾਨੀ ਧੀ, ਦੋਹਾਂ ਘਰਾਂ ਦੀ ਸੁੱਖ ਮਨਾਵਾਂ, ਕੋਈ ਨਾ ਆਖੇ ਘਰ ਦਾ ਜੀ। ਕਹਿੰਦੀ ਪੇਕਾ ਪਿੰਡ ਤੇ ਸਹੁਰਾ ਪਿੰਡ, ਪੇਕਾ ਪਿੰਡ ਤੇ ਸਹੁਰਾ ਪਿੰਡ, ਕਹਿਣ ਨੂੰ ਮੇਰੇ ਪਿੰਡ ਨੇ 2। ਕੀ ਬਾਤ ਹੈ। ਦੋਹਾਂ ਪਿੰਡਾਂ ਵਿੱਚ ਘਰ ਕਿਹੜਾ ਮੇਰਾ, ਪਰ ਕੋਈ ਨਾ ਮੈਨੂੰ ਦੱਸਦਾ, ਕੋਈ ਨਾ ਮੈਨੂੰ ਦੱਸਦਾ। ਹਾਂਜੀ, ਇਹ ਕਵਿਤਾ ਦੇ ਵਿੱਚੋਂ ਮੈਨੂੰ 4 ਲਾਈਨਾਂ ਚਿੱਤੇ ਹੈਗੀਆਂ, ਪੂਰੀ ਕਵਿਤਾ ਤਾਂ ਨਹੀਂ ਚਿੱਤੇ ਵਾਕਈ। ਤੇ ਔਰ ਇਹ ਸੱਚਾਈ ਹੈ, ਕਿਉਂਕਿ ਬੇਟੀਆਂ ਨੂੰ ਆਪਾਂ ਹਮੇਸ਼ਾ ਇਸ ਤਰ੍ਹਾਂ ਹੀ ਕਹਿੰਦੇ ਆ, ਲੇਕਿਨ ਹੱਕ ਬੇਟੀਆਂ ਦਾ ਵੀ ਬੇਟਿਆਂ ਤੋਂ ਜ਼ਿਆਦਾ ਹੀ ਹੋਣਾ ਚਾਹੀਦਾ। ਮੈਂ ਤਾਂ ਇਹੀ ਕਹਾਂਗਾ ਕਿ ਜਿੰਨਾ ਦੁੱਖ ਬੇਟੀਆਂ ਦੇਖਦੀਆਂ ਨੇ, ਸ਼ਾਇਦ ਬੇਟੇ ਨਹੀਂ ਦੇਖਦੇ। ਹਾਂਜੀ, ਇਹ ਤਾਂ ਹੁਣ ਸੱਚਾਈ ਜਗਜਾਰ ਹੋ ਗਈ ਹੈ ਜੀ। ਹਾਂਜੀ, ਸਾਰੇ ਦੇਖਦੇ ਆ ਔਰ ਸਾਰਿਆਂ ਨੂੰ ਆਪਾਂ ਨੂੰ ਪਤਾ ਵੀ ਆ, ਆਪਾਂ ਪਰ ਤੇ ਹਟਾਉਂਦੇ ਵੀ ਆ ਇਸ ਗੱਲਾਂ ਨੂੰ। ਹਾਂਜੀ, ਹੋਰ ਮੈਨੂੰ ਜੀ ਕੀ ਕਹਿਣਾ ਚਾਹੋਗੇ? ਹਾਂਜੀ ਭਾਜੀ, ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਸੀਗੀ ਵੀ ਮਾਵਾਂ ਜਦੋਂ ਤੁਰ ਜਾਂਦੀਆਂ ਆ ਜੀ, ਤੇ ਫਿਰ ਜਿੱਦਾਂ ਬਹੁਤ ਦੁੱਖ ਮਹਿਸੂਸ ਹੁੰਦਾ ਆ। ਤੇ ਕੁਝ ਸਾਲ ਪਹਿਲਾਂ ਮੇਰੇ ਨਾਲ ਭਾਣਾ ਵਰਤ ਹਟਿਆ ਜੀ, ਤੇ ਉਸ ਟਾਈਮ ਤੇ ਜਦੋਂ ਮੈਂ ਪੰਜਾਬ ਗਿਆ ਆਪਣੀ ਮਾਤਾ ਦੇ ਹਾਂਜੀ ਸੰਸਕਾਰ ਤੇ, ਤਾਂ ਉਸ ਟਾਈਮ ਤੇ ਮੈਨੂੰ ਜਿੱਦਾਂ ਕਵਿਤਾ ਮੇਰੇ ਦੁੱਖ ਮੈਂ ਕਲਮ ਦੇ ਨਾਲ ਬਿਆਨ ਕੀਤੇ, ਉਹ ਮੈਂ ਤੁਹਾਡੇ ਨਾਲ ਸਾਂਝੇ ਕਰਾਂ, ਕਿਉਂਕਿ ਤੁਸੀਂ ਗੱਲ ਹੀ ਉਹ ਛੇੜ ਦਿੱਤੀ ਜਿੱਦਾਂ। ਤੇ ਕਹਿੰਦਾ ਮੈਂ ਦੇਸ਼ ਪੰਜਾਬ ਨੂੰ ਜਾ ਆਇਆ ਹਾਂ, ਵਤਨੀ ਫੇਰਾ ਪਾ ਆਇਆ ਹਾਂ, ਦੁੱਖਦਾਈ ਬੜਾ ਸੀ ਐਤਕੀ ਫੇਰਾ, ਮੋਈ ਮਾਂ ਦਾ ਤੱਕਿਆ ਚਿਹਰਾ। ਕਹਿੰਦਾ ਦੁੱਖਦਾਈ ਬੜਾ ਸੀ ਐਤਕੀ ਫੇਰਾ, ਮੋਈ ਮਾਂ ਦਾ ਤੱਕਿਆ ਚਿਹਰਾ, ਲੱਗਿਆ ਸੁਣਨਾ 4 ਚਫੇਰਾ, ਅਰਥੀ ਮੋਢਾ ਲਾ ਆਇਆ ਹਾਂ, ਮੈਂ ਦੇਸ਼ ਪੰਜਾਬ ਨੂੰ ਜਾ ਆਇਆ ਹਾਂ। ਪੁੱਤਰਾ ਮਾਪੇ ਸਦਾ ਨਹੀਂ ਰਹਿਣੇ, ਪੁੱਤਰਾ ਮਾਪੇ ਸਦਾ ਨਹੀਂ ਰਹਿਣੇ, ਸੀ ਬੋਲ ਬਾਪ ਦੇ ਔਖੇ ਸਹਿਣੇ, ਭਾਣੇ ਰੱਬ ਦੇ ਮੰਨਣੇ ਪੈਣੇ, ਚੁਗ ਹੱਥੀਂ ਅਸਤੀਆਂ ਪਾ ਆਇਆ ਹਾਂ,
ਮੈਂ ਦੇਸ਼ ਪੰਜਾਬ ਨੂੰ ਜਾ ਆਇਆ ਹਾਂ। ਕਹਿੰਦਾ ਭੈਣਾਂ ਦਾ ਦੁੱਖ ਵੰਡਾਉਣ ਗਿਆ ਸਾਂ, ਭੈਣਾਂ ਦਾ ਦੁੱਖ ਵੰਡਾਉਣ ਗਿਆ ਸਾਂ, ਦੇ ਦਿਲਾਸਾ ਚੁੱਪ ਕਰਾਉਣ ਗਿਆ ਸਾਂ, ਰੱਖੋ ਹੌਸਲਾ ਸਮਝਾਉਣ ਗਿਆ ਸਾਂ, ਪਰ ਖੁਦ ਹੌਸਲਾ ਢਾਹ ਆਇਆ ਹੈ। ਮੈਂ ਦੇਸ਼ ਪੰਜਾਬ ਨੂੰ ਜਾ ਆਇਆ ਹਾਂ। ਕਹਿੰਦਾ ਚੰਗਾ ਪੁੱਤਰਾ ਸੁਖੀ ਸਾਂਦੀ ਜਾਵੀਂ, ਚੰਗਾ ਪੁੱਤਰਾ ਸੁਖੀ ਸਾਂਦੀ ਜਾਵੀਂ, ਪਰ ਮੁੜ ਵਤਨਾਂ ਨੂੰ ਛੇਤੀ ਆਵੀਂ, ਪਰਦੇਸੀ ਜਾ ਕੇ ਭੁੱਲ ਨਾ ਜਾਵੀਂ, ਸਭ ਸੋਨੇ ਨੂੰ ਮਨ ਤਰਸਾ ਆਇਆ ਹਾਂ। ਕਿਉਂਕਿ ਮਾਂ ਪੇ ਕਿਸੇ ਨੇ ਨਹੀਂ ਕਹਿਣਾ, ਤੁਹਾਡੇ ਆਪਣੇ ਤੋਂ ਬਿਨਾਂ ਕਿਸੇ ਨੇ ਨਹੀਂ ਕਹਿਣਾ ਵੀ ਮੁੜ ਕੇ ਆਵੀਂ ਜੀ। ਫਿਰ ਪਰਦੇਸੀ ਜਾ ਕੇ ਭੁੱਲ ਨਾ ਜਾਵੀਂ, ਸਭ ਸੋਹਣੇ ਨੂੰ ਮਨ ਤਰਸਾ ਆਇਆ ਹਾਂ। ਮੈਂ ਦੇਸ਼ ਪੰਜਾਬ ਨੂੰ ਜਾ ਆਇਆ ਹਾਂ। ਹੁਣ ਪਰਮਿੰਦਰਾ ਮਾਂ ਨਹੀਂ ਲੱਭਣੀ, ਹੁਣ ਪਰਮਿੰਦਰਾ ਮਾਂ ਨਹੀਂ ਲੱਭਣੀ, ਮਾਂ ਜੀ ਠੰਡੜੀ ਛਾਂ ਨਹੀਂ ਲੱਭਣੀ, ਕੁੱਲ ਦੁਨੀਆ ਤੇ ਥਾਂ ਨਹੀਂ ਲੱਭਣੀ, ਜੋ ਮੈਂ ਅੱਜ ਗਵਾ ਆਇਆ ਹਾਂ। ਮੈਂ ਦੇਸ਼ ਪੰਜਾਬ ਨੂੰ ਜਾ ਆਇਆ ਹਾਂ, ਵਤਨੀ ਫੇਰਾ ਪਾ ਆਇਆ। ਕੀ ਬਾਤ ਹੈ, ਵਾਕਈ ਪ੍ਰੋਫੈਸਰ ਸਾਹਿਬ ਜਿਹੜਾ ਮਾਹੌਲ ਹੈ ਥੋੜਾ ਜਿਹਾ ਗਮਗੀਨ ਹੋ ਗਿਆ, ਕਿਉਂਕਿ ਮਾਂ ਜਦੋਂ ਆਪਾਂ ਗੱਲ ਕਰਦੇ ਹਾਂ ਔਰ ਜਦੋਂ ਸਾਥੋਂ ਵਿਛੜ ਜਾਂਦੀ ਹੈ ਫਿਰ ਆਪਾਂ ਸਿਰਫ ਤਸਵੀਰਾਂ 'ਚ ਦੇਖਦੇ ਰਹਿੰਦੇ ਆ ਨਾ। ਹਾਂਜੀ। ਪਰ ਫਿਰ ਉਹ ਵੇਲਾ ਹੱਥ ਨਹੀਂ ਆਉਂਦਾ ਜੇ ਅਸੀਂ ਮਾਂ ਦੀ ਸੇਵਾ ਨਹੀਂ ਕਰ ਸਕੇ ਜਾਂ ਪਿਓ ਦੀ ਸੇਵਾ ਨਹੀਂ ਕਰ ਸਕੇ, ਫਿਰ ਮੁੜ ਕੇ ਉਹ ਵੇਲਾ ਹੱਥ ਨਹੀਂ ਆਉਂਦਾ। ਤੇ ਉਹ ਮੈਨੂੰ ਚੰਦ ਲਾਈਨਾਂ ਯਾਦ ਆ ਗਈ, ਕਹਿੰਦੇ ਨਾ ਵਕਤ ਹੀ ਰੁਕਿਆ ਕਰਦਾ ਹੈ, ਨਾ ਵਕਤ ਹੀ ਰੁਕਿਆ ਕਰਦਾ ਹੈ, ਨਾ ਜੋਰ ਚਲੇ ਤਕਦੀਰਾਂ ਤੇ, ਨਾ ਵਕਤ ਹੀ ਰੁਕਿਆ ਕਰਦਾ ਹੈ, ਨਾ ਜੋਰ ਚਲੇ ਤਕਦੀਰਾਂ ਤੇ, ਭੁੱਲੀਆਂ ਯਾਦਾਂ ਚੇਤੇ ਆਉਣ ਜਦ ਨਜ਼ਰ ਪਵੇ ਤਸਵੀਰਾਂ ਤੇ। ਫਿਰ ਆਪਾਂ ਮਾਂ ਨੂੰ ਸਿਰਫ ਤਸਵੀਰਾਂ ਤੇ ਹੀ ਦੇਖਦੇ ਆ ਨਾ, ਔਰ ਫਿਰ ਸਾਨੂੰ ਉਹਨਾਂ ਦੀ ਯਾਦਾਂ ਸਾਰੀਆਂ ਚੇਤੇ ਆਉਂਦੀਆਂ, ਪਰ ਫਿਰ ਬਾਅਦ ਚ ਕਹਿੰਦੇ ਜਦ ਅਬ ਪਛਤਾਏ ਹੋਤ ਕਿਆ ਜਬ ਚਿੜੀਆਂ ਚੁਗ ਗਈ ਖੇਤ। ਹਾਂਜੀ। ਤੇ ਇਸ ਕਰਕੇ ਸਾਨੂੰ ਆਪਣਾ ਜਿਹੜਾ ਫਰਜ਼ ਆ ਪਹਿਲਾਂ ਹੀ ਨਿਭਾਉਣਾ ਚਾਹੀਦਾ ਹੈ, ਨਾ ਕਿ ਬਾਅਦ ਵਿੱਚ। ਹਾਂਜੀ ਪਰਮਿੰਦਰ ਜੀ, ਹੋਰ ਕੀ ਅੱਜ ਸਾਡੇ ਨਾਲ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋਗੇ? ਹਾਂਜੀ ਭਾਜੀ, ਇੱਕ ਹੈਗੀ ਆ ਗਜ਼ਲ ਆ, ਹਾਂਜੀ, ਸਰਦਾਰਾਂ ਦੇ, ਸਰਦਾਰਾਂ ਦੀ ਸਰਲੇਖ ਹੈ ਸਰਦਾਰਾਂ ਦੇ। ਕੀ ਬਾਤ ਹੈ ਜੀ। ਕਹਿੰਦਾ ਜੰਗ ਜ਼ੋਰ ਨਾਲ ਜਿੱਤਣੀ ਚਾਹਵੇਂ, ਹੱਥ ਹਥਿਆਰ ਨੂੰ ਤਾਂ ਹੀ ਪਾਵੇਂ। ਕੀ ਬਾਤ ਹੈ। ਜੰਗ ਜ਼ੋਰ ਨਾਲ ਜਿੱਤਣੀ ਚਾਹਵੇਂ, ਹੱਥ ਹਥਿਆਰ ਨੂੰ ਤਾਂ ਹੀ ਪਾਵੇਂ, ਵਾਹ। ਕੰਮ ਕੀਤੇ ਜਿਹੜੇ ਕਲਮਾਂ ਨੇ, ਹਾਂ, ਕਦ ਕੀਤੇ 10 ਤਲਵਾਰਾਂ ਨੇ। ਆਹਾ, ਕੀ ਬਾਤ ਪਰ ਹੈ। ਜਿਹੜੀ ਜਿੰਨੀ ਤਾਕਤ ਕਹਿੰਦੇ ਵੀ ਕਲਮ ਦੇ ਵਿੱਚ ਆ, ਉਨੀ ਹਥਿਆਰ 'ਚ ਨਹੀਂ ਹੁੰਦੀ। ਵਾਕਈ ਵਾਕਈ। ਤੇ ਜੰਗ ਜ਼ੋਰ ਨਾਲ ਜਿੱਤਣੀ ਚਾਹਵੇਂ, ਹੱਥ ਹਥਿਆਰ ਨੂੰ ਤਾਂ ਹੀ ਪਾਵੇਂ, ਕੰਮ ਕੀਤੇ ਜਿਹੜੇ ਕਲਮਾਂ ਨੇ, ਕਦ ਕੀਤੇ 10 ਤਲਵਾਰਾਂ ਨੇ। ਵਾਹ। ਡਾਕਟਰ ਸਾਹਿਬ, ਉਂਝ ਰੋਸ ਤੇਰਾ ਵੀ ਠੀਕ ਹੈ, ਉਂਝ ਰੋਸ ਤੇਰਾ ਵੀ ਠੀਕ ਹੈ, ਗੱਲ ਪੱਥਰ ਤੇ ਪੱਕੀ ਲੀਕ ਹੈ, ਠੀਕ ਹੈ। ਕੀ ਬਾਤ। ਸਦਾ ਗਲਤ ਫੈਸਲੇ ਕਲਮਾਂ ਦੇ, ਇੱਥੇ ਬਦਲੇ ਨੇ ਹਥਿਆਰਾਂ ਨੇ। ਕੀ ਬਾਤ ਹੈ ਜੀ। ਹਾਂਜੀ। ਆਵਣ ਲੋਕੀ ਆਪ ਮੁਹਾਰੇ, ਹਾਂ, ਇਹ ਜੋ ਹੁਣ ਦਿੱਲੀ ਦੇ ਵਿੱਚ ਆਪਣੇ ਧਰਨੇ ਦੇ ਰਹੇ ਆ, ਜੀ ਜੀ ਜੀ। ਆਵਣ ਲੋਕੀ ਆਪ ਮੁਹਾਰੇ, ਸੜਕਾਂ ਤੇ ਫਿਰ ਕਰਨ ਮੁਜ਼ਾਰੇ, ਧੱਕੇ ਨਾਲ ਜਦ ਲੋਕਾਂ ਦੇ ਦਬਣੇ ਚਾਹੇ ਹੱਕ ਸਰਕਾਰਾਂ ਨੇ। ਕੀ ਬਾਤ। ਹਾਂਜੀ। ਸਿਰ ਤੇ ਪਈ ਕਿੰਜ ਝੱਲਾਂਗੇ, ਸਿਰ ਤੇ ਪਈ ਕਿੰਜ ਝੱਲਾਂਗੇ, ਠੱਲਣੀ ਪਈ ਤਾਂ ਕਿੰਜ ਠੱਲਾਂਗੇ, ਸਿਰ ਜੋੜ ਵਿਚਾਰਾ ਕਰਦੇ ਨਹੀਂ, ਹਰ ਪਾਸੇ ਬਸ ਤਕਰਾਰਾਂ ਨੇ। ਕੀ। ਹਾਂਜੀ। ਤੂਫਾਨਾਂ ਸੰਗ ਅਸੀਂ ਲੜ ਗਏ ਸੀ, ਤੂਫਾਨਾਂ ਸੰਗ ਅਸੀਂ ਲੜ ਗਏ ਸੀ, ਝਖੜਾ ਮੂਹਰੇ ਵੀ ਖੜ ਗਏ ਸੀ। ਕੀ ਬਾਤ ਹੈ। ਤੂਫਾਨਾਂ ਸੰਗ ਅਸੀਂ ਲੜ ਗਏ ਸੀ, ਝਖੜਾ ਮੂਹਰੇ ਵੀ ਖੜ ਗਏ ਸੀ, ਪਰ ਡੋਬੀ ਸ਼ਾਂਤ ਸਾਗਰਾਂ ਵਿੱਚ ਕਿਸ਼ਤੀ ਬੇਈਮਾਨ ਪਤਵਾਰਾਂ ਨੇ। ਕੀ ਬਾਤ। ਦੂਜਾ ਧਰਮ ਬਚਾਉਣੇ ਲਈ ਖੁਦ ਜਾਣ ਜੋ ਸੀਸ ਕਟਾਉਣੇ ਲਈ। ਵਾਹ। ਦੂਜਾ ਧਰਮ ਬਚਾਉਣੇ ਲਈ ਖੁਦ ਜਾਣ ਜੋ ਸੀਸ ਕਟਾਉਣੇ ਲਈ, ਕਈ ਵਾਰ ਜਿੱਤ ਕੇ ਹਾਰ ਗਏ, ਸਾਨੂੰ ਮਾਰ ਲਿਆ ਗਦਾਰਾਂ ਨੇ। ਕੀ ਬਾਤ। ਕੀ ਬਾਤ ਹੈ ਜੀ। ਹਾਂਜੀ ਭਾਜੀ, ਆਖਰੀ ਸ਼ੇਰ ਹੈ ਜੀ, ਜਿੱਦਾਂ ਆਪਣੇ ਕਹਿੰਦੇ ਨਾ ਸਰਦਾਰਾਂ ਦੇ 12 ਵੱਜ ਗਏ। ਜੀ ਜੀ ਜੀ। ਤੇ ਉਹਦੇ ਬਾਰੇ ਕਹਿੰਦਾ ਪੜਿਆ ਹੁੰਦਾ ਇਤਿਹਾਸ ਜੇ, ਤਾਂ ਕਦੀ ਨਾ ਕਹਿੰਦੇ, ਬਣਾਉਂਦੇ ਮਜ਼ਾਕ ਨਾ ਭੁੱਲ ਕੇ ਵੀ। ਜੀ। ਪੜਿਆ ਹੁੰਦਾ ਇਤਿਹਾਸ ਜੇ, ਬਣਾਉਂਦੇ ਮਜ਼ਾਕ ਨਾ ਭੁੱਲ ਕੇ ਵੀ, ਧੀਆਂ ਦੀ ਪੱਤ ਬਚਾਉਣ ਲਈ 12 ਵੱਜਦੇ ਸੀ ਸਰਦਾਰਾਂ ਦੇ। ਸਰਦਾਰਾਂ ਦੇ, ਵਾਕਈ। ਹਾਂਜੀ। ਪਰਦੇ ਤੇ ਪਰਦਾ ਪਾ ਦਿੰਦੇ, ਪਰਦੇ ਤੇ ਪਰਦਾ ਪਾ ਦਿੰਦੇ, ਬਿਨਾਂ ਲਾਸ਼ ਪਰਦੇ ਹੇਠ ਲੁਕਾ ਦਿੰਦੇ, ਉਠਾਏ ਪਰਦੇ ਜੀਨੇ ਵੀ, ਸਮੇਂ ਦੀਆਂ ਜ਼ਾਲਮ ਸਰਕਾਰਾਂ ਦੇ। ਕੀ ਬਾਤ। ਹਾਂਜੀ। ਕੀ ਬਾਤ ਹੈ ਜੀ। ਆਖਰਾ ਪੈਰਾ ਭਾਜੀ, ਕਹਿੰਦਾ ਲਿਖ ਕੇ ਅਮਲ ਨਾ ਕਰਦਾ ਏ, ਲਿਖ ਕੇ ਅਮਲ ਨਾ ਕਰਦਾ ਏ, ਦੂਜਿਆਂ ਤੇ ਉਂਗਲ ਧਰਦਾ ਏ, ਜੱਗ ਨੇ ਪਰਮਿੰਦਰਾ ਤਾਂ ਹੀ ਤੈਨੂੰ ਪਾਈਆਂ ਸਦਾ ਫਟਕਾਰਾਂ ਨੇ। ਜੱਗ ਨੇ ਪਰਮਿੰਦਰਾ ਤਾਂ ਹੀ ਤੈਨੂੰ ਪਾਈਆਂ ਸਦਾ ਫਟਕਾਰਾਂ ਨੇ। ਕੀ ਬਾਤ ਹੈ। ਵਾਕਈ ਪਰਮਿੰਦਰ ਜੀ, ਬਹੁਤ ਵਧੀਆ ਤੁਸੀਂ ਕਵਿਤਾ ਸੁਣਾਈ ਹੈ, ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸਰਦਾਰਾਂ ਦੇ ਜਿਹੜੇ 12 ਵਜੇ ਦਾ ਇੱਕ ਮਜ਼ਾਕ ਬਣ ਗਿਆ ਸੀ। ਹਾਂਜੀ। ਇਹਦੇ ਬਾਰੇ ਵੀ ਤੁਸੀਂ ਬਹੁਤ ਵਧੀਆ ਚਾਨਣਾ ਪਾਇਆ ਕਿ ਕਿਉਂਕਿ ਮੈਂ ਦੱਸ ਦੇਵਾਂ ਪਿਆਰੇ ਦਰਸ਼ਕੋ ਕਿ 12 ਵਜੇ ਉਦੋਂ ਜਦੋਂ
ਕਿਸੇ ਜ਼ਾਲਿਮ ਤੋਂ ਬਚਣ ਦੀ ਲੋੜ ਹੁੰਦੀ ਸੀ ਨਾ, ਤਾਂ ਜੇ ਕਿਸੇ ਨੂੰ ਆਪਾਂ ਬਚਾਉਣ, ਜਿਹੜੇ ਸਿੱਖ ਸੀ ਬਚਾਉਣ ਜਾਂਦੇ ਸੀਗੇ ਪੁਰਾਣੇ ਉਸ ਵੇਲੇ, ਤੇ 12 ਵਜੇ ਹੀ ਸਿੱਖ ਅਟੈਕ ਕਰਦੇ ਹੁੰਦੇ ਸੀ ਤਾਂ ਕਿ ਅਸੀਂ ਆਪਣੀ ਧੀਆਂ ਭੈਣਾਂ ਨੂੰ ਛੁਡਾ ਕੇ ਲੈ ਗਏ ਉਹਨਾਂ ਕੋਲੋਂ, ਉਹਨਾਂ ਦੀ ਪੱਤ ਬਚਾਉਣ ਲਈ ਅਟੈਕ ਕਰਦੇ ਹੁੰਦੇ ਸੀ। ਔਰ 12 ਵਜੇ ਦੇ ਨਾਂ ਤੋਂ ਜਿਹੜੇ ਮੁਗਲ ਸੀ ਨਾ, ਜਦੋਂ ਟਾਈਮ ਹੁੰਦਾ ਸੀ, ਉਹ ਕਹਿੰਦੇ ਸੀ ਵੀ ਹੁਣ ਇਹਨਾਂ ਦਾ ਅਟੈਕ ਦਾ ਟਾਈਮ ਹੋਗਾ, ਉਹ ਡਰਦੇ ਹੁੰਦੇ ਸੀ। ਕਿਉਂਕਿ ਰਾਤ ਨੂੰ 12 ਵਜੇ ਜਦੋਂ ਜ਼ਾਲਮ ਜਿਹੜੇ ਜੋ ਵੀ ਸੀਗੇ ਉਹ ਜ਼ੁਲਮ ਕਰਦੇ ਅਵੇਸਲੇ ਹੋ ਜਾਂਦੇ ਸੀ, ਸੌ ਜਾਂਦੇ ਸੀਗੇ, ਤਾਂ ਉਦੋਂ ਰਾਤ ਨੂੰ ਫਿਰ 12 ਵਜੇ ਇਹ ਜਿੱਦਾਂ ਫਿਰ ਨਿਕਲ ਕੇ ਹੱਲਾ ਬੋਲਦੇ ਸੀ, ਆਪਣੀਆਂ ਧੀਆਂ ਭੈਣਾਂ ਦੀ ਪੱਤ ਬਚਾਉਂਦੇ ਸੀ। ਪਰ ਇਹਨੂੰ ਮਜ਼ਾਕ ਬਣਾ ਦਿੱਤਾ। ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜੇ ਪੜ੍ਹਿਆ ਹੁੰਦਾ ਇਤਿਹਾਸ ਨਹੀਂ ਪੜ੍ਹਿਆ ਗਿਆ, ਔਰ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਜੋ ਕਲਮ ਨਾਲ ਲਿਖਿਆ ਜਾਂਦਾ ਨਾ, ਉਹ ਹਮੇਸ਼ਾ ਅਮਰ ਹੋ ਜਾਂਦਾ ਆ, ਕਿਉਂਕਿ ਤਲਵਾਰ ਦਾ ਮਾਰਿਆ ਜਿਹੜਾ ਉਹ ਜ਼ਖਮ ਉਹ ਭਰ ਜਾਂਦਾ ਆ, ਲੇਕਿਨ ਕਲਮ ਦਾ ਜਿਹੜਾ ਜ਼ਖਮ ਉਹ ਕਦੀ ਨਹੀਂ ਭਰਦਾ। ਔਰ ਕਲਮ ਹੀ ਇੱਕ ਐਸੀ ਚੀਜ਼ ਹੈ ਜਿਸ ਨੂੰ ਆਪਾਂ ਇਹਦੇ ਨਾਲ ਇਤਿਹਾਸ ਲਿਖਦੇ ਹਾਂ, ਔਰ ਇਹੀ ਇਤਿਹਾਸ ਸਾਰੀ ਉਮਰ ਲਈ ਅਮਰ ਹੋ ਜਾਂਦਾ ਹੈ। ਹਾਂਜੀ ਪ੍ਰਿੰਦਰ ਜੀ, ਗੱਲਾਂ ਆਪਾਂ ਬਹੁਤ ਕਰ ਰਹੀਆਂ ਤੁਹਾਡੇ ਨਾਲ, ਪਰ ਮੈਂ ਚਾਹਾਂਗਾ ਕਿ ਤੁਸੀਂ ਕੋਈ ਆਪਣੀ ਖਾਸ ਰਚਨਾ ਜਿਹੜੀ ਹੈ ਜਾਂ ਗੀਤ ਜਾਂ ਗਜ਼ਲ ਜੋ ਵੀ ਹੈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ, ਕਿਉਂਕਿ ਟਾਈਮ ਦੀ ਪਾਬੰਦੀ ਹੁੰਦੀ ਹੈ, ਔਰ ਮੈਂ ਨਹੀਂ ਚਾਹੁੰਦਾ ਵੀ ਟਾਈਮ ਖਤਮ ਹੋ ਜਾਏ ਔਰ ਅਸੀਂ ਤੁਹਾਡੀਆਂ ਇਹਦੀਆਂ ਕਵਿਤਾਵਾਂ ਨਾ ਸੁਣ ਸਕੀਏ। ਠੀਕ ਹੈ। ਤੇ ਜਿੱਦਾਂ ਭਾਈ ਤੁਸੀਂ ਇਤਿਹਾਸ ਦੀ ਗੱਲ ਕੀਤੀ ਆ ਜੀ, ਵੀ ਜੇ ਕਲਮ ਦੇ ਵਿੱਚ ਤਾਕਤ ਹੈ ਜੀ, ਬਹੁਤ ਤਾਕਤ ਆ, ਪਰ ਇਹ ਤਾਕਤ ਜੇ ਸਹੀ ਚੱਲੇ ਤਾਂ ਜੀ, ਜੇ ਇਹਨੂੰ ਆਪਾਂ ਇਤਿਹਾਸ ਵੀ ਕਲਮ ਨੇ ਲਿਖਣਾ, ਪਰ ਉਹ ਵੀ ਜੇ ਸਹੀ ਲਿਖਿਆ ਜਾਵੇ ਤੇ ਗਲਤ ਇਤਿਹਾਸ ਲਿਖਿਆ ਫਿਰ ਉਹ ਬਹੁਤ ਸਦੀਆਂ ਲੱਗ ਜਾਂਦੀਆਂ ਉਹਨੂੰ ਸਹੀ ਕਰਨ ਨੂੰ। ਤੇ ਇਹੀ ਕਵਿਤਾ ਦਾ ਸਿਰਲੇਖ ਵੀ ਇਹੀ ਹੈ, ਇਤਿਹਾਸ ਲਿਖਾਂਗੇ। ਕੀ ਬਾਤ ਹੈ ਜੀ, ਆ ਜਾਓ ਫਿਰ। ਤੇ ਕਹਿੰਦਾ ਪਾਉਣਗੇ ਉਂਗਲਾਂ ਮੂੰਹ ਵਿੱਚ ਲੋਕੀ, ਬੈਰੀ ਵੀ ਪੜ ਹੈਰਾਨ ਹੋ ਜੂ। ਕੀ ਬਾਤ ਹੈ। ਪਾਉਣਗੇ ਉਂਗਲਾਂ ਮੂੰਹ ਵਿੱਚ ਲੋਕੀ, ਬੈਰੀ ਵੀ ਪੜ ਹੈਰਾਨ ਹੋ ਜੂ, ਇਮਾਨਦਾਰੀ ਨਾਲ ਜਦ ਕਰੇ ਹੱਥੀਂ ਆਪਣਾ ਇਤਿਹਾਸ ਲਿਖਾਂਗੇ। ਆਹਾ, ਕੀ ਬਾਤ। ਹਾਂਜੀ, ਫੁੱਲਾਂ ਨਾਲ ਜਿਵੇਂ ਹੁੰਦੇ ਕੰਡੇ, ਮੰਨਿਆ ਕੁਝ ਗਦਾਰ ਵੀ ਨੇ। ਕੀ ਬਾਤ। ਫੁੱਲਾਂ ਨਾਲ ਜਿਵੇਂ ਹੁੰਦੇ ਕੰਡੇ, ਮੰਨਿਆ ਕੁਝ ਗਦਾਰ ਵੀ ਨੇ, ਤਾਂ ਹੀ ਆਮ ਨੂੰ ਆਮ ਲਿਖਾਂਗੇ, ਖਾਸ ਨੂੰ ਖਾਸ ਲਿਖਾਂਗੇ। ਹਾਂਜੀ, ਜੇ ਗੱਲ ਗੰਗੂ ਦੀ ਹੋਵੇਗੀ ਭਾਜੀ, ਜੇ ਗੱਲ ਗੰਗੂ ਦੀ ਹੋਵੇਗੀ, ਟੋਡਰ ਮੱਲ ਨੂੰ ਵੀ ਸਤਿਕਾਰ ਮਿਲੂ। ਕੀਤਾ ਕਿਹਨੇ ਬਾਰ ਪਿੱਠ ਤੇ, ਦਿੱਤਾ ਕਿਹਨੇ ਤਰਵਾਸ ਲਿਖਾਂਗੇ। ਕੀ ਬਾਤ ਹੈ ਜੀ। ਕਹਿੰਦਾ ਚਿੜੀਆਂ ਤੋਂ ਬਾਜ ਤੜਾਵੇ ਜੋ, ਗਿੱਦੜਾਂ ਨੂੰ ਸ਼ੇਰ ਬਣਾਵੇ ਜੋ। ਚਿੜੀਆਂ ਤੋਂ ਬਾਜ ਤੜਾਵੇ ਜੋ, ਗਿੱਦੜਾਂ ਨੂੰ ਸ਼ੇਰ ਬਣਾਵੇ ਜੋ, ਅੰਮ੍ਰਿਤ ਪੀਣ ਦੀ ਤਲਬ ਲੱਗੇ, ਯਕੀਨਨ ਐਸੀ ਪਿਆਸ ਲਿਖਾਂਗੇ। ਹਾਂਜੀ, ਹੋਈ ਨਾ ਕਦੇ ਹੋਣੀ ਕਿਸੇ ਤੋਂ, ਰੀਸ ਮਾਂ ਗੁਜਰੀ ਦੇ ਲਾਲ ਦੀ। ਕੀ ਬਾਤ ਹੈ। ਹੋਈ ਨਾ ਹੋਣੀ ਕਦੇ, ਰੀਸ ਮਾਂ ਗੁਜਰੀ ਦੇ ਲਾਲ ਦੀ, ਕੋਈ ਸ਼ਿਕਵਾ ਨਹੀਂ ਸਰਬੰਸ ਲਟਾ ਕੇ, ਹੋਇਆ ਨਹੀਂ ਉਦਾਸ ਲਿਖਾਂਗੇ। ਕੋਈ ਸ਼ਿਕਵਾ ਨਹੀਂ ਸਰਬੰਸ ਲਟਾ ਕੇ, ਹੋਇਆ ਨਹੀਂ ਉਦਾਸ ਲਿਖਾਂਗੇ, ਕਿਉਂ ਗੱਲ ਗੁਰੂ ਦੀ ਭੁੱਲ ਗਏ ਹਾਂ। ਹਾਂਜੀ, ਕਿਉਂ ਗੱਲ ਗੁਰੂ ਦੀ ਭੁੱਲ ਗਏ ਹਾਂ, ਮੁੜ ਕਰਮ ਕਾਂਡਾਂ ਵਿੱਚ ਰੁਲ ਗਏ ਹਾਂ, ਅਸੀਂ ਭਟਕ ਗਏ ਹਾਂ ਰਾਹਾਂ ਤੋਂ, ਕਦ ਹੋਣਾ ਅਹਿਸਾਸ ਲਿਖਾਂਗੇ। ਕੀ ਬਾਤ ਹੈ। ਹਾਂਜੀ, ਅਸੀਂ ਚੰਗੇ ਹਾਂ ਜਾਂ ਮੰਦੇ ਹਾਂ ਜੀ, ਅਸੀਂ ਚੰਗੇ ਹਾਂ ਜਾਂ ਮੰਦੇ ਹਾਂ, ਭਾਵੇਂ ਕਰਦੇ ਕਾਲੇ ਧੰਦੇ ਹਾਂ। ਕੀ ਬਾਤ। ਬਖਸ਼ਣ ਹਾਰਿਆ ਦੇਂਗਾ ਬਖਸ਼ ਸਾਨੂੰ, ਇਸ ਗੱਲ ਦੀ ਆਸ ਲਿਖਾਂਗੇ। ਹਾਂਜੀ, ਆਖਰੀ ਪਾਇਆ, ਉਂਝ ਤਾਂ ਤੇਰੀ ਦਾਤਾ ਸਭ ਤੇ, ਉਂਝ ਤਾਂ ਤੇਰੀ ਦਾਤਾ ਸਭ ਤੇ, ਸਦਾ ਰਹਿੰਦੀ ਨਜ਼ਰ ਸਵੱਲੀਏ, ਪਰਮਿੰਦਰ ਜਹੇ ਜੋ ਪਾਪ ਕਮਾਉਂਦੇ, ਪਾਪੀਆਂ ਲਈ ਨਰਕਵਾਸ ਲਿਖਾਂਗੇ। ਪਰਮਿੰਦਰ ਜਹੇ ਜੋ ਪਾਪ ਕਮਾਉਂਦੇ, ਪਾਪੀਆਂ ਲਈ ਨਰਕਵਾਸ ਲਿਖਾਂਗੇ। ਕੀ ਬਾਤ ਹੈ ਪਰਮਿੰਦਰ ਜੀ, ਵਾਕਈ। ਔਰ ਤੁਸੀਂ ਗੱਲ ਬਹੁਤ ਵਧੀਆ ਕੀਤੀ ਹੈ ਕਿ ਜਿਹੜੀ ਕਲਮ ਹੈ ਜੇ ਸਹੀ ਲਿਖੋਗੀ ਤਾਂ ਸਹੀ ਇਤਿਹਾਸ ਅਸੀਂ ਪੜਾਂਗੇ, ਕਿਉਂਕਿ ਇਹ ਲੇਖਕ ਦੀ ਜ਼ਿੰਮੇਵਾਰੀ ਹੈ ਕਿ ਜੋ ਲਿਖਦਾ ਹੈ ਉਹ ਐਸਾ ਲਿਖੇ ਕਿ ਉਹ ਬਿਲਕੁਲ ਸਹੀ ਹੋਵੇ, ਤਾਂ ਕਿ ਜਿਹੜੇ ਸਾਡੇ ਪੜ੍ਹਨ ਵਾਲੇ ਉਹ ਵੀ ਸਹੀ ਪੜ੍ਹਨ ਔਰ ਸਹੀ ਪਾਸੇ ਚੱਲਣ। ਪਰਮਿੰਦਰ ਜੀ, ਗੱਲਾਂ ਬਹੁਤ ਕਰਨੀਆਂ, ਲੇਕਿਨ ਸਮਾਂ ਬਹੁਤ ਘੱਟ ਰਹਿ ਗਿਆ ਸਾਡੇ ਕੋਲ। ਠੀਕ ਹੈ, ਤਕਰੀਬਨ 1 ਮਿੰਟ ਹੀ ਹੈ, ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨਾਲ ਤੁਸੀਂ ਕਹਿ ਲਓ। ਤੇ ਇੱਕ ਤਾਂ ਪਹਿਲੇ ਭਾਈ ਤੁਹਾਡਾ KTV ਦਾ ਤੁਹਾਡਾ ਧੰਨਵਾਦ, ਤੁਸੀਂ ਮੌਕਾ ਦਿੱਤਾ ਜੀ ਆਇਆਂ ਨੂੰ। ਤੇ ਆਪਾਂ ਰੱਬ ਤੋਂ ਸ਼ੁਰੂ ਗੱਲ ਕੀਤੀ ਸੀ ਤੇ ਉੱਥੇ ਹੀ ਮੁਕਾ ਦਿੰਦੇ ਆ ਜੀ। ਤੇ ਛੋਟੀ ਜੀ ਆ, ਕਹਿੰਦਾ ਰੱਬਾ ਸੁਣਿਆ ਤੂੰ ਕਣ ਕਣ ਵਿੱਚ ਵਸਦਾ ਏ ਜੀ, ਰੱਬਾ ਸੁਣਿਆ ਤੂੰ ਕਣ ਕਣ ਵਿੱਚ ਵਸਦਾ ਏ, ਹਰ ਘਰ ਪਹੁੰਚਣ ਲਈ ਫਿਰ ਤੈਨੂੰ ਮਾਂ ਦੀ ਜ਼ਰੂਰਤ ਕਿਉਂ ਪਈ। ਪਰ ਮਾਂ ਤਾਂ ਹਰ ਘਰ ਵਿੱਚ ਮੌਜੂਦ ਏ ਜੀ, ਫਿਰ ਮੰਦਰਾਂ ਮਸੀਤਾਂ ਗੁਰਦੁਆਰਿਆਂ ਵਿੱਚ ਪਰਮਿੰਦਰ ਜਿਹੇ ਕਿਹਨੂੰ ਲੱਭਦੇ ਨੇ। ਕੀ ਬਾਤ। ਵਾਕਈ
ਪਰਮਿੰਦਰ ਜੀ ਬਹੁਤ ਵਧੀਆ ਤੁਹਾਡੇ ਨਾਲ ਪ੍ਰੋਗਰਾਮ ਕਰਕੇ ਮਜ਼ਾ ਵੀ ਆਇਆ, ਔਰ ਮੈਂ ਦਰਸ਼ਕਾਂ ਨੂੰ ਵੀ ਜ਼ਰੂਰ ਤੁਹਾਡੀਆਂ ਜਿਹੜੀਆਂ ਰਚਨਾਵਾਂ ਨੇ ਪਸੰਦ ਆਈਆਂ ਹੋਣਗੀਆਂ, ਕਿ ਤੁਸੀਂ ਪਹਿਲੀ ਵਾਰੀ ਸ਼ੋਅ ਕਰ ਰਹੇ ਹੋ ਅੱਜ, ਲੇਕਿਨ ਉਮੀਦ ਕਰਦਾ ਕਿ ਤੁਹਾਨੂੰ ਵੀ ਸਾਡੇ ਨਾਲ ਪ੍ਰੋਗਰਾਮ ਕਰਕੇ ਵਧੀਆ ਲੱਗਿਆ ਹੋਏਗਾ। ਔਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਮਾਂ ਹਰ ਘਰ ਵਿੱਚ ਰਹਿੰਦੀ ਹੈ, ਸੋ ਵਾਕਈ ਮਾਂ ਦਾ ਸਤਿਕਾਰ ਕਰੋ, ਮੈਂ ਤਾਂ ਇਹੀ ਕਹੂੰਗਾ। ਔਰ ਕਿਉਂਕਿ ਬੰਦਾ ਮਿੱਟੀ ਹੈ। ਚੰਦ ਲਾਈਨਾਂ ਨਾਲ ਮੈਂ ਅੱਜ ਦਾ ਇਸ ਪ੍ਰੋਗਰਾਮ ਨੂੰ ਖਤਮ ਕਰੂੰਗਾ। ਕਹਿੰਦੇ ਆ, ਮਿੱਟੀ ਦਾ ਤੂੰ ਮਿੱਟੀ ਹੋਣਾ, ਮਿੱਟੀ ਦਾ ਤੂੰ ਮਿੱਟੀ ਹੋਣਾ, ਉਹ ਕਾਦੀ ਬੱਲੇ ਬੱਲੇ, ਅੱਜ ਮਿੱਟੀ ਦੇ ਉੱਤੇ ਬੰਦਿਆ ਕੱਲ ਮਿੱਟੀ ਦੇ ਥੱਲੇ। ਸੋ ਪਿਆਰੇ ਦਰਸ਼ਕੋ, ਮਾਣ ਨਹੀਂ ਕਰਨਾ, ਆਪਾਂ ਜੋ ਅੱਜ ਗੱਲ ਕੀਤੀ ਹੈ ਉਸ ਗੱਲ ਨੂੰ ਜ਼ਰੂਰ ਸਾਡੀ ਹਾਜ਼ਰੀ ਕਬੂਲ ਕਰਨੀ, ਔਰ ਕੋਸ਼ਿਸ਼ ਇਹੀ ਕਰਨੀ ਕਿ ਮਾਂ ਪਿਓ ਦੇ ਚਰਨਾਂ ਵਿੱਚ ਰਹੋ, ਕਿਉਂਕਿ ਉਹਨਾਂ ਦੇ ਚਰਨਾਂ ਵਿੱਚ ਹੀ ਸਵਰਗ ਮਿਲਦਾ ਹੈ। ਸੋ ਇਹ ਸੀ ਸਾਡੇ ਅੱਜ ਦੇ ਗੈਸਟ ਪਰਮਿੰਦਰ ਸਿੰਘ ਸਿੱਧੂ ਜੀ। ਉਮੀਦ ਕਰਦੇ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਏਗਾ। ਹੁਣ ਮੈਨੂੰ ਦਿਓ ਇਜਾਜ਼ਤ, ਅਗਲੇ ਹਫਤੇ ਤੱਕ ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਆਪਣੀ ਦੁਆਵਾਂ 'ਚ ਮੈਨੂੰ ਯਾਦ ਰੱਖਣਾ। ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ।